1 minute. I'm talking. ਉਹਨੇ अस्सलामुअलैकुम जिया भाई, अहमद भाई, अस्सलाम वालेकुम रहमतुल्लाहि व बरकातुहू। अस्सलाम मोहसिन भाई, क्या हाल है आपका? यार मैं यही कह रहा था अभी उन लोगों को कि यार सीज़फायर कर लो। ज़िया रसूल मेरे अल्फाज ध्यान ਨਾਲ ਸੁਣਨੇ ਮੈਂ ਕੀ ਕਹਿ ਰਿਹਾ। हाँ जी सुनाओ। ਹਾਂ ਜਿਹੜਾ ਅਮੀਤ ਅਗਰਵਾਲ ਨੇ ਇਲਜ਼ਾਮ ਲਾਇਆ ਸੀ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੇ ਉਹ ਨੌਜ਼ ਬਿਲਾ ਅਯਾਦ ਸੀਗੇ, ਇਸ ਲਈ ਉਹਨਾਂ ਨੇ ਜ਼ਿਆਦਾ ਸ਼ਾਦੀਆਂ ਕੀਤੀਆਂ ਨੇ। ਇਹ ਇਲਜ਼ਾਮ ਸੀ ਅਮੀਤ ਅਗਰਵਾਲ ਦਾ। ਪਰ ਉਹਨੇ ਇਹ ਅਗਰ ਇਲਜ਼ਾਮ ਨਾ ਲਾਇਆ ਹੋਵੇ, ਜੋ ਚੋਰ ਦੀ ਸਜ਼ਾ ਉਹ ਮੇਰੀ ਸਜ਼ਾ, ਠੀਕ ਹੈ। ਉਹਨੇ ਕੀਤੀ ਆ ਗੱਲ, ਮੈਂ ਮੇਰੇ ਕੋ ਪੁੱਛਦਾ ਕੀਤੀ ਸੀ ਉਹਨੇ ਗੱਲ। ਹਾਂ ਤੇ ਫਿਰ ਤੂੰ ਇਹ ਕਿੱਥੋਂ ਸਾਬਤ ਹੋ ਗਿਆ ਕਿ ਅਮਨ ਨਜ਼ੀਰ ਭਾਈ ਨੇ ਇਹ ਜਿਹੜੀ ਤੂੰ ਗੱਲ ਇਲਜ਼ਾਮ ਲਾ ਰਿਹਾ, ਇਹ ਅਮਨ ਨਜ਼ੀਰ ਭਾਈ ਨੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ ਕੀਤੀ ਗੱਲ? ਮੈਂ ਨਹੀਂ ਕਿਹਾ। ਇਹ ਹੁਣੀ ਤੇ ਤੂੰ ਕਹਿ ਰਿਹਾ ਸੀ, ਮੁਕਰ ਜਾ ਹੁਣ। ਇਹ ਲੋ ਇਹ ਮੁਕਰਿਆ ਪਿਆ ਜੀ, ਹੁਣ ਗੱਲ ਮੁਕਰਿਆ ਨਹੀਂ। ਮੈਂ ਤੇਰੇ ਸਿਰਫ ਲਫਾਜ਼ੀ ਤੇ ਕਹਿ ਰਿਹਾ, ਮੈਂ ਤੇਰੀ ਸਾਬਤ ਕਰਨਾ, ਮੈਂ ਸਿਰਫ ਤੇਰੀ ਲਫਾਜ਼ੀ ਚ ਨਹੀਂ ਆਇਆ, ਇਸ ਲਈ ਤੂੰ ਹੁਣ ਕਹਿੰਦਾ ਮੁਕਰ ਗਿਆ ਨਾ। ਗੱਲ ਕੀਤੀ ਹੈ ਲਫਾਜ਼ੀ ਕਾਦੀ। ਹੁਣ ਤੂੰ ਕਹਿ ਰਿਹਾ ਸੀ ਕਿ ਇਹ ਉਹਨਾਂ ਨੇ ਅਮਨ ਨਜ਼ੀਰ ਭਾਈ ਨੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ ਕੀਤੀ ਗੱਲ। ਅੱਛਾ ਇੱਕ ਮਿੰਟ, ਮੈਂ ਘਰ ਬੈਠਾ, ਮੈਂ ਉੱਚੀ ਨਹੀਂ ਬੋਲਣਾ। ਹੁਣ ਤੂੰ ਮੁਕਰੀ ਜਾ, ਮੈਨੂੰ ਗੱਲ ਕਰਨ ਦੇ ਬਾਰੇ ਗੱਲ ਨਹੀਂ ਕੀਤੀ ਯਾਰ। ਮੈਨੂੰ ਗੱਲ ਕਰਨ ਦੇ, ਕੱਲ ਹੋਈ ਆ, ਮੈਨੂੰ ਗੱਲ ਕਰਨ ਦੇ। ਤੁਹਾਨੂੰ ਮੈਨੂੰ ਲੱਗਦਾ ਮੇਰੇ ਮੈਸੇਜ ਨਹੀਂ ਸਹੀ ਤਰ੍ਹਾਂ ਪਹੁੰਚਿਆ। ਆਲੀ ਵੀ ਥੱਲੇ ਆ ਗਿਆ, ਕੋਈ ਗੱਲ ਨਹੀਂ। ਹੁਣ ਮੇਰੀ ਗੱਲ ਸੁਣੋ ਗੌਰ ਨਾਲ, ਮੈਂ ਤੁਹਾਨੂੰ ਪੂਰਾ ਮੌਕਾ ਦਾਂਗਾ। ਇੱਕ ਮਿੰਟ ਮਿਊਟ ਕਰ, ਇੱਕ ਮਿੰਟ ਮਿਊਟ ਕਰ। ਆਰਿਫ ਕੈਨ ਯੂ ਹੋਲਡ ਔਨ ਫॉर 1 ਮਿੰਟ? ਗੋ ਡਾਊਨਸਟੇਅਰ, ਗੋ ਡਾਊਨਸਟੇਅਰ, ਗੋ ਡਾਊਨਸਟੇਅਰ ਪਲੀਜ਼, ਲੈਟ ਮੀ ਟਾਕ, ਆਈਲ ਬੀ देयर ਸ਼ਾਰਟਲੀ। ਤੇ ਉਹ ਮੈਂ ਤੁਹਾਨੂੰ ਹੁਣ ਗੱਲ ਕਰਨ ਲੱਗਾ। ਡੰਡਾ ਪੀਰ ਸਾਹਿਬ, ਤੁਹਾਨੂੰ ਮੈਂ ਕੁਝ ਆਡੀਓ ਵੀਡੀਓ ਭੇਜਣਾ, ਤੁਸੀਂ ਉਹ ਚਲਾਣੀਆਂ ਨੇ ਜਦੋਂ ਅਸੀਂ ਕਹਿਣਾ ਤੁਹਾਨੂੰ। ਹੁਣ ਮੇਰੀ ਗੱਲ ਗੌਰ ਨਾਲ ਸੁਣਨੀ ਹੈ ਤੂੰ। ਮੈਂ ਜਦੋਂ ਗੱਲ ਕੀਤੀ ਹੈ ਕਿ ਉਹਨੇ ਨਬੀ ਕਰੀਮ ਦੇ ਬਾਰੇ ਸਵਾਲ ਪੁੱਛਿਆ, ਤੂੰ ਕਿਹਾ ਨਹੀਂ ਉਹਨੇ ਆਮ ਮੁਸਲਮਾਨਾਂ ਦੇ ਬਾਰੇ 'ਚ ਪੁੱਛਿਆ। ਮੈਂ ਕਿਹਾ ਨਾ ਨਬੀ ਕਰੀਮ ਦੇ ਬਾਰੇ 'ਚ ਪੁੱਛਿਆ, ਤੂੰ ਕਿਹਾ ਨਹੀਂ। ਇਹ ਮੈਂ ਰਿਕਾਰਡਿੰਗ ਕਢਾ ਲੈਣੀ ਆ। ਜੇ ਮੈਂ ਇਹ ਗੱਲ ਨਾ ਕੀਤੀ ਹੋਈ, ਜੇ ਇਹ ਗੱਲ ਮੈਂ ਨਾ ਕੀਤੀ ਹੋਈ, ਕੀ ਜੁਰਮਾਨਾ ਹੋਏਗਾ, ਕੀ ਸਜ਼ਾ ਤੇਰੀ? ਜੇ ਕੀਤੀ ਹੋਈ, ਮੈਂ ਗੱਲ ਕੀਤੀ ਕਿ ਅਮਨ ਨਜ਼ੀਰ ਭਾਈ ਨੇ ਇਹ ਗੱਲ ਮੁਸਲਮਾਨਾਂ ਦੇ ਬਾਰੇ ਕਹੀ ਆ। ਮੈਂ ਇਹ ਨਹੀਂ ਕਿਹਾ ਕਿ ਉਹਨੇ ਇਹ ਸਵਾਲ ਮੁਸਲਮਾਨਾਂ ਦੇ ਬਾਰੇ ਪੁੱਛਿਆ ਜਾਂ ਕਿਹਦੇ ਬਾਰੇ ਪੁੱਛਿਆ। ਸਵਾਲ ਨਬੀ ਦੇ ਬਾਰੇ ਪੁੱਛਣਾ ਤੇ ਨਬੀ ਦਾ ਨਹੀਂ, ਜਦੋਂ ਨਬੀ ਦੇ ਬਾਰੇ ਸਵਾਲ ਪੁੱਛਣਾ, ਜਵਾਬ ਮੁਸਲਮਾਨਾਂ ਦੇ ਬਾਰੇ ਦੇਣਾ। ਬੜੀ ਗੱਲ, ਬੜੀ ਸਾਇੰਸ ਹੈ। ਉਹ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ ਜਿਹੜੀ ਗੱਲ ਪੁੱਛੀ, ਉਹਦਾ ਜਵਾਬ ਦੇਣ ਤੋਂ ਬਾਅਦ ਦੁਬਾਰਾ ਪੁੱਛਿਆ ਮੁਸਲਮਾਨਾਂ ਦੇ ਬਾਰੇ। ਉਹ ਵੱਡਾ ਮੌਲਵੀਆ ਸੱਲੱਲਾਹੁ ਅਲੈਹਿ ਵਸੱਲਮ ਹੁੰਦਾ, ਮੁਸਲਮਾਨਾਂ ਦੇ ਬਾਰੇ ਉਹਦਾ ਜਵਾਬ ਦਿੱਤਾ ਸੀ। ਨਹੀਂ ਪੜਦਾ ਮੌਲਵੀ, ਤੂੰ ਤਾਂ ਦਰੂਦ ਵੀ ਸਹੀ ਨਹੀਂ ਪੜਦਾ ਓਏ। ਕਿਹੜਾ ਸਹੀ ਨਹੀਂ ਪੜਿਆ? ਸਹੀ ਪੜ ਕੇ ਸੁਣਾ ਸਹੀ ਪੜ ਕੇ। ਉਹ ਲਹਿ ਆਲੇਹੀ ਵਸੱਲਮ, ਤੂੰ ਆਲੇ ਹੀ ਖਾ ਗਿਆ ਵਿੱਚ। ਮੈਂ ਕੀ ਕਿਹਾ? ਖਾ ਗਿਆ ਵਿੱਚ, ਰਿਕਾਰਡਿੰਗ ਕਢਾ ਲਾ। ਕੀ ਖਾ ਗਿਆ? ਦਰੂਦ ਵੀ ਸਹੀ ਪੜਦਾ, ਆਲੇ ਹੀ ਖਾ ਗਿਆ ਹੈ। ਜਾਲ ਦਾ ਬੱਚਾ ਨਾ ਹੋਏ ਤੇ ਇਹਦੇ ਦਰੂਦ ਵੀ ਸਹੀ ਪੜਦਾ। ਅੱਛਾ, ਜਿਹੜਾ ਸੱਲੱਲਾਹੁ ਅਲੈਹਿ ਵਸੱਲਮ ਪੜੇ ਉਹ ਕੀ ਹੁੰਦਾ? ਜਾਹਲ ਹੁੰਦਾ। ਆਲੇਹੀ ਵਸੱਲਮ ਵਿੱਚ ਪੜਨਾ। ਇਹ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ, ਇਹ ਦਰੂਦ ਪਾਕ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ, ਇਹ ਪੂਰਾ ਦਰੂਦ ਪਾਕ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ। ਉਹਦੇ ਵਿੱਚ ਤੁਸੀਂ ਆਲ ਨੂੰ ਸ਼ਾਮਿਲ ਕਰਨਾ, ਆਲ ਨੂੰ ਸ਼ਾਮਿਲ ਕਰ ਸਕਦੇ ਹੋ, ਅਸਹਾਬ ਨੂੰ ਵੀ ਸ਼ਾਮਿਲ ਕਰ ਸਕਦੇ ਹੋ, ਆਲੇ ਬੈਤ ਨੂੰ ਸ਼ਾਮਿਲ ਕਰ ਸਕਦੇ ਹੋ। ਇਹ ਵੀ ਹੈ नबी पाक सल्लल्लाहु अलैहि व आलिहि व असहाबिहि व अज़वाजिहि व अहले बैति अतहारिहि वसल्लम। ਹੁਣ ਪੜੀ ਜਾ, ਉਲਟਾ ਸਿੱਧਾ ਕਰ। ਹੁਣ ਪੜੀ ਪੜਿਆ ਤੈਨੂੰ ਮੈਂ ਜ਼ੁਬਾਨ ਤੋਂ ਨਿਕਲ ਗਿਆ ਤੇ ਉਹ ਫਿਰ ਕਿੱਥੇ ਪੜਿਆ ਜਾਣਾ? ਤੈਨੂੰ ਗਲਤ ਆ, ਤੈਨੂੰ ਕਿਹਨੇ ਕਿਹਾ ਗਲਤ? ਕਿਹੜੇ ਬੇਵਕੂਫ ਨੇ ਕਿਹਾ ਗਲਤ? ਪੂਰਾ ਦਰੂਦ ਪੜਿਆ ਕਰ। ਦਰੂਦ ਸਲਾਮ ਸਿਰਫ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਤੇ ਆ। ਉਸ ਤੋਂ ਬਾਅਦ ਇੱਜ਼ਤ ਤੇ ਤਕਰੀਮ ਵਾਸਤੇ ਤੁਸੀਂ ਆਲੇ ਬੈਤ ਅਤਹਾਰ ਨੂੰ ਸ਼ਾਮਲ ਕਰ ਦਿਓ, ਅਸਹਾਬ ਨੂੰ ਸ਼ਾਮਲ ਕਰ ਦਿਓ। ਉਹ ਇੱਕ ਐਕਸੈਪਸ਼ਨ ਆ, ਉਹ ਅਲੱਗ ਆ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ ਦਰੂਦ ਸ਼ਰੀਫ ਇੰਨਾ ਹੀ ਆ, ਸੱਲੱਲਾਹੁ ਅਲੈਹਿ ਵਸੱਲਮ, ਬਸ। ਤੁਹਾਨੂੰ ਇੰਨਾ ਹੀ ਨਹੀਂ ਪਤਾ ਹੈ ਜਾਹਲਾਂ ਨੂੰ। ਅੱਛਾ, ਆ ਗਏ ਇੱਥੇ ਮੁਫਤੀ ਬਣ ਗਏ। ਨਹੀਂ ਤੇ ਜਿਹੜੇ ਇਹ ਪੜ੍ਹਦੇ ਨੇ ਸੱਲੱਲਾਹੁ ਅਲੈਹਿ ਵਸੱਲਮ, ਉਹ ਗਲਤ ਪੜ੍ਹਦੇ ਨੇ। ਉਹ ਭਾਈ, ਉਹ ਮੈਂ ਤੈਨੂੰ ਦੱਸਿਆ ਅੱਗੇ, ਜਿੰਨੇ ਮਰਜ਼ੀ ਸ਼ਾਮਲ ਕਰ ਲੋ, ਉਹ ਇਜ਼ਾਫਾ ਵਾ, ਉਹ ਇਜ਼ਾਫੀ ਹੈ। ਜਿੰਨੇ ਮਰਜ਼ੀ ਵਾ ਅਲਾ ਆਲਿhi ਸ਼ਾਮਲ ਕਰ ਲੋ, ਅਸਹਾਬੀ ਹੀ ਕਰ ਲੋ ਸ਼ਾਮਲ, ਅਹਲੇ ਬੈਤ ਕੇ ਸ਼ਾਮਲ ਕਰ ਲੋ, ਅਜ਼ਵਾਜੀ ਸ਼ਾਮਲ ਕਰ ਲੋ। ਦਰੂਦ ਸ਼ਰੀਫਾਂ ਤੇ ਵੀ ਹਾਲ ਕੱਢ ਦਿਓ ਫਿਰ। ਕਿਹੜੇ ਚ? राणा साहब अस्सलाम वालेकुम।
ਵਾਲੇਕੁਮ अस्सलाम। अस्सलाम वालेकुम ताहिर भाई, की हाल चाल है? ठीक हो जी ठीक ठाक। कालो साहब की हाल जी? ठीक हो? अल्हम्दुलिल्लाह। ताहिर भाई की मौजू लाया आज? ਹਾਂ ਹੁਣ ਕੀ ਬਣਿਆ ਰਾਣਾ? ਕੀ ਬਣਨਾ? जी राणा ਗੱਲ साहब ਤਾਂ ਇੱਥੇ ਦੱਸ ਨੇ, ਰਿਹਾ ਕਾਲੋ ਜਾਂ ਸਾਹਿਬ ਗੱਲ ਵੀ ਤੇ ਇੱਥੇ ਪੂਰਾ ਨੇ, ਉਤਰ ਰਿਹਾ? ਉਹ ਮੈਂ ਇੱਥੇ ਹੀ ਆ, ਮੈਂ ਕਿਤੇ ਨਹੀਂ ਜਾਂਦਾ। ਇੱਥੇ ਹੀ ਅਸੀਂ ਵੀ ਇੱਥੇ ਹੀ ਆ। ਕਾਲੋ ਸਾਹਿਬ ਵੀ ਆ ਗਏ ਇੱਥੇ ਨੇ, ਹੀ ਆ ਤੇ ਫਿਰ ਇਹ ਕੀ ਤੂੰ ਗੱਲ ਗੱਲ ਜਿਹੜੀ ਇਹ ਹੈ, ਕੀਤੀ ਸੀ ਵੀ ਮੈਂ ਕੰਨ ਫੜਾਂਗਾ, ਹੁਣ ਇਹ ਹੁਣ ਗੱਲ ਤੂੰ ਕੰਨ ਫੜਨੇ ਨੇ, ਕਿ ਹੁਣ ਤੂੰ ਕੰਨ ਫੜਨੇ ਅਮਨ ਨੇ। ਨਜ਼ੀਰ ਭਾਈ ਤੂੰ ਨੇ ਇਹ ਗੱਲ ਮੁਸਲਮਾਨਾਂ ਦੇ ਬਾਰੇ ਕੀਤੀ ਆ, ਇਹ ਤੋਂ ਨਸ ਰਿਹਾ। ਅਮਨ ਨਜ਼ੀਰ ਨੂੰ ਲੈ ਆਵੋ ਨਾ। ਤੂੰ ਤੇਰੀ ਰਿਕਾਰਡਿੰਗ ਮੈਂ ਕਰਾ ਲੈਣੀ ਆ। ਮੈਂ ਤੈਨੂੰ ਨਹੀਂ, ਤੇਰੀ ਮੈਂ ਰਿਕਾਰਡਿੰਗ ਕਰਾਉਣ ਲੱਗਾ ਤਾਰ ਕੋਲ। ਇਹ ਗੱਲ ਅਮਨ ਨਜ਼ੀਰ ਭਾਈ ਨੇ ਮੁਸਲਮਾਨਾਂ ਦੇ ਬਾਰੇ ਕੀਤੀ ਸੀ ਜਾਂ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਬਾਰੇ ਕੀਤੀ ਸੀ? ਦਫਾ ਕਿਦਾ ਕਰਨਗੇ? ਇੱਕ ਮਿੰਟ, ਸਾਡਾ ਮੌਜੂ ਹੀ ਨਹੀਂ ਹੈ। ਓਏ ਚੁੱਪ ਤਾਂ ਕਰ ਤੂੰ, ਮੌਜੂ ਇੱਕ ਮਿੰਟ ਚੁੱਪ ਤਾਂ ਕਰ। ਸਵਾਲ ਨਬੀ ਦੇ ਬਾਰੇ ਪੁੱਛਣਾ ਹੈ ਤੇ ਦਫਾ ਮੁਸਲਮਾਨਾਂ ਦਾ ਕਰਨਾ। ਦਫਾ ਕਿਦਾ ਕਰਨ ਗਿਆ ਸੀ ਉੱਥੇ? ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਦਾ ਕਿ ਮੁਸਲਮਾਨਾਂ ਦਾ? ਮੈਂ ਤੈਨੂੰ ਦੱਸ ਰਿਹਾ ਵਾਂ, ਅਗਰ ਗੱਲ ਤੇਰੀ ਸੱਚੀ ਆ ਰਾਣਾ ਜ਼ਾਹਦ ਤੇ ਇੱਥੇ ਤੇ ਉਹੀ ਦੱਸ ਦੋ ਨਾ। ਦਫਾ ਕਿੰਨਾ ਦਾ ਕਰਨ ਗਿਆ ਸੀ? ਯਾਰ ਤੂੰ ਤੇ ਚੁੱਪ ਕਰ ਜਾ, ਤੇਰੇ ਨਾਲ ਗੱਲ ਹੋ ਰਹੀ। ਦਫਾ ਕਿੰਨਾ ਦਾ ਹੋ ਰਿਹਾ ਸੀ ਉੱਥੇ? ਐਵੇਂ ਵਿੱਚ ਟੈਂ 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 ਤੇਰੇ ਨਾਲ ਹੋ ਰਹੀ ਗੱਲ। ਤੂੰ ਹੀ ਕਰਨ ਡਏ ਹੋ। ਗੱਲ ਸਾਡੀ ਸੱਲੱਲਾਹੁ ਅਲੈਹਿ ਵਸੱਲਮ ਦੀ ਆਪਣਾ ਹੀ ਵੱਖਰੀ ਟੈਂਡ ਸ਼ੁਰੂ ਕਰ ਲਈ। ਤੈਨੂੰ ਬੁਲਾਇਆ ਕਿਸੇ ਨੇ? ਨਾਲ ਗੱਲ ਕਰ, ਤਮੀਜ਼ ਤੇ ਤਮੀਜ਼ ਨਾਲ ਗੱਲ ਕਰ। ਮੈਂ ਤੇਰਾ ਮੁਲਾਜ਼ਮ ਲੱਗਿਆ, ਤਮੀਜ਼ ਨਾਲ ਗੱਲ ਕਰ। ਉਹਨੂੰ ਤਮੀਜ਼ ਨਹੀਂ ਹੈ ਵਿੱਚ ਬੋਲਣ ਲੱਗ ਪਿਆ ਜਾ ਰਹੇ ਨੇ, ਨਹੀਂ ਗੁਫ਼ਤਗੂ ਕਰਨਾ। ਉਹਨੂੰ ਤਮੀਜ਼ ਦੱਸ, ਜਿਹੜਾ ਵਿੱਚ ਆ ਕੇ ਬੋਲਣ ਲੱਗ ਪਿਆ। ਮੈਨੂੰ ਨਾ ਦੱਸ ਤਮੀਜ਼। ਨਹੀਂ ਕੋਈ ਸਕੂਲ ਨਾਲ ਗੱਲ ਕਰੋ। ਉਹ ਆਪਣੇ ਮਿਰਚਾਂ ਤੇਜ਼ ਖਾਦੀਆਂ ਸਾਹਿਬ, ਮੈਂ ਜ਼ਾਹਦ ਨਾਲ ਗੱਲ ਕਰ ਰਿਹਾ ਵਾਂ। ਇਹ ਵਿੱਚ ਮਿਰਚਾਂ ਡਾਕਟਰ ਦੇ ਰਹਿੰਦਾ ਜ਼ਰਾ ਹੋਲਡ ਆਂਦੇ ਜ਼ਰਾ ਬ੍ਰੇਕ ਤੇ ਪੈਰ ਰੱਖ ਕੇ ਮਿਰਚਾਂ ਖਾ ਲੀਆਂ। ਬ੍ਰੇਕ ਤੇ ਪੈਰ ਆ। ਮੈਂ ਤੈਨੂੰ ਜਿਹੜੀ ਗੱਲ ਪੁੱਛ ਰਿਹਾ, ਜਦੋਂ ਕੋਈ ਵੀ ਹਾਂਜੀ ਪੁੱਛੋ। ਮੈਂ ਇਹ ਗੱਲ ਪੁੱਛ ਰਿਹਾ ਕਿ ਤੂੰ ਤੇ ਜਿਹੜੀ ਅਸੀਂ ਪੁੱਛ ਰਹੇ ਹਾਂ ਦਫਾ ਕਿਦਾ ਕਰਨ ਗਿਆ ਵਾ? ਤੇਰਾ ਕਹਿਣਾ ਇਹ ਵੇ ਕਿ ਆਮਰ ਇਮਰਾਨ ਸਾਹਿਬ ਉनको बात करने दें। ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਬਾਰੇ ਕੀਤੀ ਹੈ। ਦਫਾ ਕਿਦਾਂ ਦਾ ਕਰਨ ਗਿਆ ਰਸੂਲ ਸਾਹਿਬ? ਦੱਸੋ। ਉੱਥੇ ਮੁਸਲਮਾਨਾਂ ਦਾ ਕਰਨ ਦਾ ਸਵਾਲ ਉਹਨੇ ਨਬੀ ਕਰੀਮ ਤੇ ਪੁੱਛਿਆ ਨਾ ਸਿਰਫ ਇਹ ਮੁਸਲਮਾਨਾਂ ਦਾ ਕਰਨਾ। ਦਫਾ ਗੱਲ ਕਿਦਾਂ ਦਾ ਕਰਨ ਸਾਬਤ ਹੋ ਗਿਆ? ਜਾਏਗੀ, ਤੂੰ ਆਪਣੀ ਗੱਲ ਕਰ, ਉਹ ਸਾਬਤ ਹੋ ਜਾਏਗੀ ਗੱਲ। ਹਾਂ, ਦਫਾ ਕਿਦਾਂ ਦਾ ਕਰਨ ਗਏ ਸਨ ਆਮਰ ਨਜ਼ੀਰ ਸਾਹਿਬ? ਤੈਨੂੰ ਅਗਰ ਲੱਗਦਾ ਵਾ ਕਿ ਇਹ ਗੱਲ ਇੰਜੀ ਆ ਤੇ ਇੱਥੇ ਐਲਾਨ ਕਰ ਦੇ ਕਿ ਅਗਰ ਇੰਜ ਗੱਲ ਨਾ ਨਿਕਲੀ ਮੈਂ ਕੈਮਰਾ ਆਨ ਕਰਕੇ ਕੰਨ ਫੜਾ। ਵਾਧੂ ਗੱਲ ਕਰਨੇ ਪਹਿਲੇ ਨਹੀਂ, ਤੂੰ ਮੇਰੇ ਮੂੰਹ 'ਚ ਆਪਣੇ ਅਲਫਾਜ਼ ਪਾਣੇ ਨੇ। ਰਾਣਾ ਸਾਹਿਬ ਅੱਗੇ ਪਿੱਛੇ ਨਾ ਜਾਓ। ਸਿਰਫ ਇੱਕ ਸਵਾਲ ਆਮਰ ਨਜ਼ੀਰ ਸਾਹਿਬ ਦਫਾ ਕਿਦਾ ਕਰਨ ਗਏ ਸਨ ਉੱਥੇ? ਤੇ ਮੰਨ ਲਾ ਫਿਰ ਕਿ ਇਹ ਗੱਲ ਉਹਨਾਂ ਨੇ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਬਾਰੇ ਨਹੀਂ ਕੀਤੀ। ਲਓ, ਦਫਾ ਕਿਹਨਾਂ ਦਾ ਕਰਨ ਗਏ ਹਨ ਉੱਥੇ? ਨਬੀ ਪਾਕ ਤੈਨੂੰ ਕਿਸੇ ਨੇ ਪੁੱਛਿਆ? ਤੂੰ ਵਸੱਲਮ ਦਾ ਕਿ ਮਾਈਕ ਬੰਦ ਮੁਸਲਮਾਨ? ਕਰ। ਉਹ ਮਾਈਕ ਬੰਦ ਕਰ। ਮੈਨੂੰ ਇਹ ਦੱਸ, ਮੀਤ ਅਗਰਵਾਲ ਨੇ ਸਵਾਲ ਕਿਹਦੇ ਬਾਰੇ 'ਚ ਪੁੱਛਿਆ ਸੀ? ਹਾਂ, ਮੈਂ ਕਹਿੰਦਾ ਰਾਣਾ ਅਗਰ ਤੇਰੀ ਇਹ ਗੱਲ ਆ, ਇੱਕ ਗੱਲ ਦੱਸ। ਸਵਾਲ ਪੁੱਛਿਆ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਬਾਰੇ ਤੇ ਆਮਰ ਨਜ਼ੀਰ ਭਾਈ ਨੇ ਇਹ ਗੱਲ ਵੀ ਜੱਟ ਭਾਈ ਮਿਊਟ ਕਰੇ। ਹੁਣ ਸੁਣ ਲਾ ਨਾ, ਗੱਲ ਸੁਣਨੀ ਕਿ ਨਹੀਂ ਸੁਣਨੀ? ਇੱਕ ਵਾਰੀ ਮੇਰੀ ਗੱਲ ਹੁਣ ਮੈਂ ਤੈਨੂੰ ਉਹਦਾ ਬਿਆਨ ਸੁਣਾਉਣ ਲੱਗਾ ਕਿ ਅਮੀਤ ਅਗਰਵਾਲ ਨੇ ਸਵਾਲ ਪੁੱਛਿਆ ਸੀ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਬਾਰੇ ਤੇ ਉਸੇ ਸਵਾਲ ਦੇ ਜਵਾਬ 'ਚ ਇਹ ਗੱਲ ਆਮਰ ਨਜ਼ੀਰ ਨੇ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਬਾਰੇ ਕੀਤੀ ਆ। ਤੇ ਦੱਸ। ਸੁਭਾਨ ਅੱਲਾਹ, ਮੰਨ ਗਿਆ ਜੇ। ਸੁਭਾਨ ਅੱਲਾਹ। ਦੱਸ ਸੁਭਾਨ ਅੱਲਾਹ, ਸੁਭਾਨ ਅੱਲਾਹ। ਇਮਰਾਨ ਸਾਹਿਬ ਮੰਨ ਗਿਆ ਜੇ। ਤੂੰ ਤੇ ਚੁੱਪ ਕਰ ਜਾ ਵਿੱਚ ਕੀ ਹੋ ਗਿਆ? ਕਿ ਉਹਨੇ ਰਸੂਲ ਅੱਲਾਹ ਦੇ ਬਾਰੇ ਸਵਾਲ ਕੀਤਾ ਸੀ ਤੇ ਇਹਨੇ ਯਾਰ ਤੁਸੀਂ ਜਵਾਬ ਰਸੂਲ ਅੱਲਾਹ ਦੇ ਬਾਰੇ ਤੁਹਾਡਾ ਦਿਮਾਗ ਦੇ ਵਿੱਚ ਕੀੜੇ ਪੈ ਨੇ। ਮਾਸ਼ਾਅੱਲਾ। ਇਮਰਾਨ ਸਾਹਿਬ ਸੁਭਾਨ ਅੱਲਾਹ। ਮੰਨ ਗਏ ਮਿਹਰਬਾਨੀ। ਮਾਈਕ ਬੰਦ ਕਰੋ, ਮਾਈਕ ਬੰਦ ਕਰ ਲੋ। ਮੰਨ ਗਿਆ ਬਾਤ ਗੱਲ ਖਤਮ। ਜਦੋਂ ਮੰਨ ਗਿਆ ਅਸੀਂ ਖੁਦ ਮੰਨ ਗਏ ਆ। ਉਹ ਕਿਹੜਾ ਮੰਨ ਗਿਆ? ਚਵੜਿਆ ਜਿਹਾ ਉਹ ਉੱਤੇ ਜਿਹੜਾ ਬੈਠਾ ਉਹਨੂੰ ਮੈਂ ਪੁੱਛ ਰਿਹਾ ਵੀ ਤੇਰਾ ਇਹਦਾ ਸ਼ੁਕਰੀਆ, ਬਹੁਤ ਸ਼ੁਕਰੀਆ। ਸੱਚੀ ਗੱਲ ਹੈ। ਤੇਰੇ ਉੱਤੇ ਜਿਹੜਾ ਤੇਰੇ ਬੈਠਾ ਉਹਦੇ ਕੋਲ ਮੈਂ ਪੁੱਛ ਰਿਹਾ ਤੇਰੇ ਤੁਹਾਡਾ ਦਿਮਾਗ ਤੇ ਕੰਮ ਨਹੀਂ ਕਰਦਾ। ਆ ਜਾਂਦੇ ਉੱਠ ਕੇ ਗੱਲਾਂ ਕਰਨ। ਬਹੁਤ ਸ਼ੁਕਰੀਆ, ਤੁਸੀਂ ਸੱਚੀ ਗੱਲ ਮੰਨ ਲਈ। ਹਾਂਜੀ ਇਮਰਾਨ ਨੂੰ ਲੈ ਜਾਓ ਕਿਧਰੇ, ਦਿਮਾਗ ਦਾ ਇਲਾਜ ਕਰਾਓ। ਦੋ ਬੋਲੋ, ਦੋ ਤਿੰਨ ਹੋਰ ਲੈ ਆਓ। ਇਮਰਾਨ ਸਾਹਿਬ ਆਪਕੀ ਬਾਤ ਨਹੀਂ ਹੋ ਰਹੀ। ਉਹ ਕਿਹੜਾ ਕਬੂਲ ਕੀਤਾ ਹੈ? ਤੁਸੀਂ ਤਾਂ ਚੁੱਪ ਕਰੋ। ਗਰੀਬ ਦਾ ਹਾਲ ਆ, ਇਹਦਾ ਦਿਮਾਗ ਖਿਸਕ ਗਿਆ, ਇਹਨੂੰ ਬੰਦਾ ਸੱਟਾਂ ਗੱਲ ਵੱਜ ਕਰਨ ਕੇ ਡਿਆ, ਨਾ ਜ਼ਿਆਦ ਰਸੂਲ ਤੇ ਇਹਦਾ ਦਿਮਾਗ ਹਿੱਲ ਗੱਲ ਗਿਆ। ਕਰਨ ਡਿਆ। ਹਸੈਨ ਸਾਹਿਬ ਤੁਸੀਂ ਵਿੱਚ ਨਾ ਬੋਲੋ। ਵੇਖੋ ਨਹੀਂ ਇਮਰਾਨ ਕੱਲ ਕਿਉਂ ਬਾਤ ਕਰ ਰਿਹਾ? ਇਮਰਾਨ ਕੱਲ की तो बात ही नहीं। ਤੂੰ ਖੜਾ ਹੋ ਜਾ ਇਮਰਾਨ ਕੱਲ, ਤੂੰ ਆ ਜਾ। ਹਾਂ, ਤੁਸੀਂ ਕਬੂਲ ਕਰ ਗਏ ਕਿ ਆਮਰ ਭਾਈ ਨੇ ਇਹ ਗੱਲ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਬਾਰੇ ਕੀਤੀ ਹੈ। ਤੇ ਇਹੋ ਹੀ ਤਾਂ ਤੁਸੀਂ ਕਬੂਲ ਕੀਤਾ। ਕੀ ਕਿਹਾ? ਐਲਾਨ ਕਰੋ ਅਗਰ ਇਹ ਗੱਲ ਨਾ ਹੋਈ ਤੇ ਮੈਂ ਕੈਮਰਾ ਆਨ
ਕਬੂਲ ਕੀਤਾ ਤੁਸੀਂ ਕਬੂਲ ਕੀਤਾ ਐਲਾਨ ਕਰੋ ਕਿ ਅਗਰ ਇਹ ਗੱਲ ਨਾ ਹੋਈ ਤੇ ਮੈਂ ਕੈਮਰਾ ਆਨ ਕਰਕੇ ਕੰਨ ਫੜਾਂਗਾ, ਲੱਤਾਂ ਤੇ ਭਾਰ ਪਾ ਹੋਣ ਸ਼ਾਬਾਸ਼। ਤੁਸੀਂ ਕਬੂਲ ਕੀਤਾ, ਤੁਹਾਡੀ ਗੱਲ ਤੇ ਇਤਬਾਰ ਨਹੀਂ ਆ। ਉਹ ਜੇ ਅਸੀਂ ਕਬੂਲ ਕੀਤਾ ਫਿਰ ਡਰ ਕਿਹੜੀ ਗੱਲ ਦਾ ਤੁਹਾਨੂੰ? ਤੁਸੀਂ ਝੂਠੇ ਲੋਕ ਹੋ, ਹਰ ਗੱਲ 'ਚ ਝੂਠ ਬੋਲਦੇ ਹੋ। ਓਏ ਐਲਾਨ ਕਰ, ਲੱਤਾਂ ਤੇ ਭਾਰ ਪਾਣਾ, ਐਲਾਨ ਕਰ। ਜੇ ਤੁਹਾਨੂੰ ਲੱਗਦਾ ਮੈਂ ਕਬੂਲ ਕੀਤਾ, ਤੁਸੀਂ ਹਰ ਗੱਲ 'ਚ ਝੂਠ ਬੋਲਦੇ ਹੋ। ਇਹ ਗੱਲ ਅਗਰ ਗਲਤ ਸਾਬਤ ਹੋ ਗਈ ਤੇ ਮੈਂ ਇਮਰਾਨ ਖਾਨ ਨੂੰ ਕੈਮਰਾ ਆਨ ਕਰਕੇ ਕੰਨ ਫੜਾਂਗਾ। ਨਹੀਂ ਹੈ, ਤੁਸੀਂ ਝੂਠ ਬੋਲਦੇ ਹੋ ਹਰ ਗੱਲ 'ਚ। ਅਸੀਂ ਝੂਠ ਬੋਲਦੇ ਆ ਨਾ ਤੇ ਅਸੀਂ ਫੜੇ ਜਾਵਾਂਗੇ। ਹਰ ਗੱਲ 'ਚ ਝੂਠ ਬੋਲਦੇ। ਓਏ ਅਸੀਂ ਝੂਠ ਬੋਲਦੇ ਆ ਨਾ ਤੇ ਅਸੀਂ ਫੜੇ ਜਾਵਾਂਗੇ। ਕਜ਼ਾਬ ਝੂਠ ਭਾਈ ਜੇ ਮੈਂ ਝੂਠਾ ਹੋਇਆ ਤੇ ਮੈਂ ਫੜਿਆ ਜਾਵਾਂਗਾ। ਬੋਲਦੇ ਹੋ ਝੂਠ। ਅੱਛਾ ਚਲੋ ਅਸੀਂ ਝੂਠ ਬੋਲਦੇ ਆ, ਤੁਸੀਂ ਸੱਚ ਬੋਲ ਰਹੇ ਹੋ। ਅੱਛਾ ਅਸੀਂ ਝੂਠ ਬੋਲਦੇ ਆ, ਤੂੰ ਸੱਚ ਬੋਲ ਰਿਹਾ ਨਾ। ਤੁਸੀਂ ਹੁਣ ਕਬੂਲ ਕੀਤਾ ਸਾਡੇ ਸਾਹਮਣੇ ਬਹਿ ਕੇ। ਅੱਛਾ ਮੈਂ ਕਬੂਲ ਕਰ ਲਿਆ ਨਾ ਹੁਣ। ਹਾਂ ਤੇ ਫਿਰ ਗੱਲ ਕੀ ਆ ਅੱਗੂ ਕੀ? ਫਿਰ ਐਲਾਨ ਕਰ ਦੇ ਕਿ ਇਹ ਗੱਲ ਅਗਰ ਕਰ ਲਿਆ, ਖੁਦ ਤੂੰ ਕਬੂਲ ਕਰ ਲਿਆ, ਐਲਾਨ ਕਰ ਦੇ। ਫਿਰ ਡਰ ਕਿਹੜੀ ਗੱਲ ਦਾ? ਕਬੂਲ ਨਹੀਂ ਕੀਤਾ ਕਿ ਰਸੂਲ ਅੱਲਾਹ ਸੱਲਮ ਦੇ ਬਾਰੇ ਸਵਾਲ ਤੇ ਜਵਾਬ ਵੀ ਉਹਨਾਂ ਦੇ ਬਾਰੇ। ਅਗਰ ਜਦੋਂ ਇਹ ਕਬੂਲ ਕਰ ਲਿਆ ਹੀ ਤੇ ਅੱਗੇ ਹੋਰ ਕੀਤਾ ਤੇ ਐਲਾਨ ਕਰ ਦੇ, ਮੈਂ ਕੰਨ ਫੜਾਂਗਾ। ਹਾਂ ਤੇ ਫੜ ਲਿਆ ਕੰਨ, ਕਬੂਲ ਕਰਕੇ ਵੀ ਕੰਨ ਨਹੀਂ ਫੜਨ ਡਿਆ। ਭਾਈ ਤੂੰ ਐਲਾਨ ਕਰਕੇ ਮੈਂ ਅਗਰ ਇਹ ਗੱਲ ਨਾ ਹੋਈ ਤੇ ਮੈਂ ਕੰਨ ਫੜਾਂਗਾ। ਚਲੋ ਜੀ ਕਬੂਲ ਕਰਕੇ ਹੁਣ ਤੁਹਾਡੀ ਲੱਤਾਂ ਤੇ ਭਾਰ ਨਹੀਂ ਰਹਿ ਗਿਆ। ਇਹ ਸਾਡੇ ਸਾਹਮਣੇ ਬਹਿ ਕੇ ਤੈਨੂੰ ਜੇ ਲੱਗ ਰਿਹਾ ਕਿ ਮੈਂ ਕਬੂਲ ਕੀਤਾ ਤੇ ਐਲਾਨ ਕਰ ਦੇ ਕਿ ਅਗਰ ਇੰਜ ਗੱਲ ਨਾ ਹੋਈ ਤੇ ਮੈਂ ਇਮਰਾਨ ਖਾਨ ਨੂੰ ਕੰਨ ਫੜਾਂਗਾ। ਮੈਨੂੰ ਨਾ ਬੋਲਣ ਦੇ ਕਰ ਲੈਣ ਦੋ। ਤੂੰ ਆਇਆ ਵਾ ਉਹਦੀ ਜਗ੍ਹਾ ਤੇ ਜ਼ਾਹਦ ਮੁਲਹਦ ਜਿਹੜਾ ਵਾ ਉਹਨੂੰ ਉਹਦੀ ਸਾਈਡ ਲੈਣਾ। ਸਾਰੇ ਦੇ ਸਾਰੇ ਮੁਲਹਦ ਹੋ, ਆਮਰ ਨਜ਼ੀਰ ਮੁਲਹਦ ਹੈ, ਜ਼ਿਆ ਰਸੂਲ ਮੁਲਹਦ ਹੈ, ਸੀਕਰ ਮੁਲਹਦ ਹੈ, ਆਮਰ ਹਕ ਮੁਲਹਦ ਹੈ, ਇਮਤਿਆਜ਼ ਵਹਾਬੀ ਮੁਲਹਦ ਹੈ, ਸਾਰੇ ਮੁਲਹਦ ਹੋ। ਤੁਸੀਂ ਮੁਸਲਮਾਨ ਹੋ। ਮੇਰੇ ਨਾਲ ਮੇਰੀ ਗੱਲ ਕਰ, ਹੋਰ ਕਿਸੇ ਬੰਦੇ ਦੀ ਨਾ ਕਰੀ ਗੱਲ। ਤੁਸੀਂ ਮੇਰੇ ਨਾਲ ਦੁਬਾਰਾ ਇਹ ਕੰਮ ਨਾ ਕਰੀ, ਦੁਬਾਰਾ ਨਾ ਕਰੀ। ਮੈਂ ਤੈਨੂੰ ਵਾਰਨਿੰਗ ਦੇ ਰਿਹਾ। ਤੇ ਵਾਰਨਿੰਗ ਤੂੰ ਹੀ ਮੇਰੇ ਕਿਉਂ ਕਰਦੇ ਪਏ? ਤੂੰ ਕੀ ਕਰ ਲੇਗਾ ਵੀ? ਮੈਂ ਤੇਰੇ ਛੋਡੇ ਪੜ ਦੇਗਾ ਤਾਂ ਕੀ ਕਰ ਲੇਗਾ? ਵੜ ਕੇ ਨਾ ਕੀ ਅਖਾ ਕਰ ਲੇਗਾ? ਮੈਂ ਤੇਰੀ ਦੁਬਾਰਾ ਭਰ ਦੇਗਾ ਤਾਂ ਕੀ ਕਰ ਲੇਗਾ? ਝੂੜੇ ਆ ਜਿਆ। ਇੱਕ ਮਿੰਟ ਸਾਰੇ ਚੁੱਪ। ਤੇਰੀ ਰਾਸਾਂ ਚ ਤੂੰ ਕੱਢ ਦੇਣਾ, ਝੂੜੇ ਆ ਜਿਆ। ਇੱਕ ਤੂੰ ਮਿੰਟ ਮੇਰੇ ਲਾਗੇ ਹੋਏ, ਤੂੰ ਮੇਰੇ ਸਾਹਮਣੇ ਤੈਨੂੰ ਮੈਂ ਦੱਸਾਂ, ਤੇਰੇ ਮੈਂ ਕੰਨਾਂ ਤੇ ਘਮਾ ਮਾਰਾਂ। ਆ ਜਾ ਦੱਸ ਕਿੱਥੇ ਆ ਰਹੀ? ਦੱਸ ਕੰਨਾਂ ਚ ਮਾਰ। ਦੱਸ ਹੁਣ ਐਲਾਨ ਕਰ ਕਿੱਥੇ ਆਣਾ? ਜ਼ਿਆਰ ਸੂਲ ਨੇ ਕਿੱਥੇ ਆਣਾ? ਕਿਹੜੀ ਜਗ੍ਹਾ ਤੇ ਕਿਹੜਾ ਸ਼ਹਿਰ? ਜਰਮਨੀ ਫ੍ਰੈਂਕਫਰਟ ਆਇਆ। ਐਲਾਨ ਕਰ। ਹਾਂ ਜਰਮਨੀ ਫ੍ਰੈਂਕਫਰਟ ਆਇਆ। ਚੱਲ ਜਰਮਨੀ ਫ੍ਰੈਂਕਫਰਟ ਆਇਆ। ਓ ਚਲੋ ਤੇਰੀ ਔਕਾਤ ਹੀ ਉੱਤੇ ਨਿਕਲੀ ਪਈ ਜੇ ਵਾ। ਉਹ ਮੈਂ ਪਾਕਿਸਤਾਨ 'ਚ ਬੈਠਾ, ਮੈਨੂੰ ਇੱਥੇ ਦੱਸ। ਤੇਰੇ ਇਮਰਾਨ ਖਾਨ ਸਾਹਿਬ ਤੇ ਜ਼ਿਆਰ ਪਾਕਿਸਤਾਨ ਨੂੰ ਟਾਈਮ ਲਾ ਦਿੰਨੇ ਆ ਤੇ ਟਾਈਮ ਤੇ ਗੱਲ ਕਰੋ। ਕਿੰਨੇ ਕਰਨੀ ਪਹਿਲੋਂ ਗੱਲ? ਜ਼ਿਆ ਰਸੂਲ ਸਾਹਿਬ ਇੱਕ ਮਿੰਟ ਦਾ ਕਾਲੋ ਇੱਕ ਮਿੰਟ ਦਾ ਯਾਰ। ਜ਼ਿਆ ਰਸੂਲ ਤੁਸੀਂ ਇੰਜ ਤੜੀਆਂ ਕਰਾਉਂਦੇ ਹੋ ਜਿਵੇਂ ਤੁਸੀਂ ਆਪਣੇ ਕਬਰਸਤਾਨ ਵਿਛਾਏ ਨੇ। ਭਾਈ ਮੈਂ ਤੇ ਤੜੀਆਂ ਲਾਈਆਂ ਕੋਈ ਨਹੀਂ। ਮੇਰਾ ਵਾਦਾ ਰਿਹਾ ਤੇਰੇ ਨਾਲ। ਲਾ ਰਿਹਾ ਮੇਰਾ ਵਾਦਾ ਰਿਹਾ। ਤੂੰ ਮੇਰੇ ਸਾਹਮਣੇ ਆ, ਮੇਰੇ ਸਾਹਮਣੇ ਆ। ਜਦੋਂ ਮੈਂ ਪਾਕਿਸਤਾਨ ਆਇਆ ਨਾ, ਰੱਬ ਦੀ ਸਹੁੰ ਤੈਨੂੰ ਮਿਲਣ ਆਵਾਂਗਾ। ਇਹ ਮੇਰਾ ਵਾਦਾ ਰਿਹਾ। ਰੋਜ਼ ਕਾਲੋਂ ਦੇ ਕੋਲੋਂ ਬਿਜ਼ਨਸ ਹੁੰਦਾ ਤੇ ਗੱਲ ਤੇ ਜੇ ਅੱਜ ਤੇਰੇ ਨੂੰ ਡਿਬੇਟ ਕਰਾਉਣ ਦੇ ਆ, ਗੱਲ ਕਰ ਲੈ, ਟਾਈਮ ਲਾ ਕੇ ਗੱਲ ਕਰ ਲੈ। ਜੇ ਇਹ ਵੀ ਮੜਾ ਖਾਣਾ ਤੇਰੀ ਕਿ ਤੂੰ ਪਾਕਿਸਤਾਨ ਆ ਕੇ ਤੈਨੂੰ ਮਿਲੇ ਤੇ ਉਹ ਮੇਰਾ ਵਾਦਾ ਰਿਹਾ। ਮੈਂ ਤੇ ਆਪ ਜਿਹੜਾ ਕੱਟੀ ਕੱਟਾ ਰਿਹਾ ਮੇਰੇ ਤੇਰਾ ਪਾਟੀ ਜਾ ਅੱਜ ਤੂੰ ਤੇ ਆਪ ਮੁਲਹਦਾ। ਮੇਰੀ ਗੱਲ ਸੁਣ। ਤੂੰ ਕਿਹੜੀ ਗੱਲ ਸੁਣ ਯਾਰ? ਹਰ ਵਾਰੀ ਤੁਸੀਂ ਇਹ ਕਹਿੰਦੇ ਪਾਕਿਸਤਾਨ ਆ ਪਾਕਿਸਤਾਨ ਆ ਪਾਕਿਸਤਾਨ। ਤੁਸੀਂ ਆਪਣੇ ਕਬਰਸਤਾਨ ਕੱਢ ਦਿਆ। ਉਹ ਮਰ ਪਾਕਿਸਤਾਨ ਦੇ ਵਿੱਚ ਮਰਜ਼ਈ ਵੀ ਰਹਿੰਦੇ ਨੇ। ਉਹ ਪੁੱਤਰ ਮਰਜ਼ਈ ਰਹਿੰਦੇ ਆ, ਲੇਕਿਨ ਇਹ ਕਿ ਵਾਹ ਨਹੀਂ ਪਿਆ ਤੇਰਾ। ਜੇ ਕਿਤੇ ਵਾਹ ਪੈ ਗਿਆ ਨਾ, ਸਿੰਘ ਅੜ ਗਿਆ। ਮੈਨੂੰ ਰੱਬ ਦੀ ਸਹੁੰ ਆਪਣਾ ਐਡਰੈਸ ਦੇ, ਮੈਨੂੰ ਆਉਣ ਦੀ ਲੋੜ ਨਹੀਂ ਪੈਣੀ। ਓ ਯਾਰ ਰਾਣਾ ਸਾਹਿਬ ਦੋਵੇਂ ਕੀ ਕਰੇਗਾ ਆ ਕੇ ਰਾਣਾ ਸਾਹਿਬ? ਹਰ ਇੱਕ ਨੂੰ ਕਹਿੰਦਾ ਪਾਕਿਸਤਾਨ ਆ ਪਾਕਿਸਤਾਨ ਆ ਕੇ ਮਿਲ ਯਾਰ ਮੈਂ ਉਹ ਖੰਜ਼ੀਰ ਮਾਰ ਭਾਈ ਗੱਲ ਸੁਣ। ਖੰਜ਼ੀਰ ਮਾਰ ਭਾਈ, ਅਸੀਂ ਨਹੀਂ ਬਦਮਾਸ਼ ਹੈ, ਇਹ ਬਦਮਾਸ਼ ਨੇ ਭਾਈ। ਕਬੂਲ ਕਰ ਲਓ, ਇਹ ਬੰਦੇ ਮਾਰਦੇ ਨੇ, ਬਦਮਾਸ਼ ਨੇ, ਸਾਰਾ ਕੁਝ ਕਰਦੇ। ਇਹ ਟਾਈਮ ਰੱਖ ਲੈਨੇ ਆ ਜ਼ਿਆਰ ਰਸੂਲ ਦਾ ਤੇ ਕਾਲੋਂ ਦਾ ਗੱਲ ਕਰ ਲੈਨੇ ਆ ਸਾਰੀ ਜਿਹੜੀ ਅੱਜ ਹੈ ਨਾ ਗੱਲ ਖੁੱਲ ਕੇ ਕਰ ਲੈਨੇ ਆ। ਜਜ਼ਾਕ ਅੱਲਾਹ ਤਾਹਰ ਭਾਈ, ਬਹੁਤ ਸ਼ੁਕਰੀਆ। ਗੱਲ ਇਹ ਕਿ ਅਸੀਂ ਨਹੀਂ ਭਾਈ ਅਸੀਂ ਬਦਮਾਸ਼ ਨਹੀਂ ਹੈ, ਨਾ ਸਾਨੂੰ ਬਦਮਾਸ਼ੀ ਕਰਨੀ ਆਉਂਦੀ। ਅਸੀਂ ਮਾਸੂਮ ਲੋਕ ਆ, ਬੇਗੁਨਾਹ ਬੇਜ਼ਰਰ। ਤੁਸੀਂ ਭਾਈ ਬਦਮਾਸ਼ ਹੋ, ਮੰਨਿਆ ਤੁਸੀਂ ਬੰਦੇ ਮਾਰਦੇ ਹੋ, ਬੰਦਿਆਂ ਦੀਆਂ ਜ਼ਿੰਦਗੀਆਂ ਤਬਾਹ ਕਰਦੇ ਹੋ, ਘਰ ਲੁੱਟਦੇ ਹੋ, ਬੰਦੇ ਮਾਰਨਾ ਤੁਹਾਡਾ ਕੰਮ ਹੈ, ਧਮਕੀਆਂ, ਧੌਂਸ, ਇਹ ਸਾਰਾ ਕੁਝ ਤੁਹਾਡਾ ਕੰਮ। ਅਸੀਂ ਇਹ ਨਹੀਂ ਕਰ ਸਕਦੇ ਤੇ ਅਸੀਂ ਅਸੀਂ ਤੁਹਾਡੇ ਤੇ ਕੋਈ ਗਾਲ ਮੰਦਾ ਵੀ ਨਹੀਂ ਕਰਦੇ, ਔਰ ਅਸੀਂ ਕੋਈ ਐਸਾ ਮੌਜੂ ਵੀ ਨਹੀਂ ਸ਼ੁਰੂ ਕਰਦੇ ਕਿ ਜਿਹਦੇ ਨਾਲ ਤੁਹਾਨੂੰ ਗੁੱਸਾ ਕਰਨਾ ਪਏ ਜਾਂ ਸਾਨੂੰ ਗੁੱਸਾ ਕਰਨਾ ਪਏ। ਮਹਿਮਾਨ ਹੋ ਤੁਸੀਂ,
ਬਹੁਤ ਸ਼ੁਕਰੀਆ ਤੁਸੀਂ ਤਸ਼ਰੀਫ ਲਿਆਏ। ਤਾਹਰ ਭਾਈ ਤੁਸੀਂ ਵੀ ਇਹਨਾਂ ਦਾ ਸ਼ੁਕਰੀਆ ਅਦਾ ਕਰੋ ਕਿ ਜੀ ਮਹਿਮਾਨ ਜੀ ਨੇ ਤੁਹਾਡੇ ਬਹੁਤ ਕੋਲ ਬਹੁਤ ਇਹਨਾਂ ਦੀ ਤਸ਼ਰੀਫ ਲਿਆਏ ਨੇ। ਮਿਹਰਬਾਨੀ ਜੀ ਆਏ ਨੇ ਹਾਂਜੀ, ਤੇ ਕੋਈ ਇਲਮੀ ਗੁਫ਼ਤਗੂ ਤੇ ਕਰਨੇ ਆ, ਕੋਈ ਇਲਮੀ ਇੰਨਾ ਕੋਈ ਤੋਂ ਸਿੱਖਣ ਗੁਫ਼ਤਗੂ ਨੂੰ ਮਿਲੇ ਕਰਦੇ ਆ, ਸਾਨੂੰ। ਕੋਈ ਲੋਕਾਂ ਨੂੰ ਪਤਾ ਹਾਂ ਲੱਗੇ ਆਖਰ ਇੰਨੀ ਜੀ, ਦੁਨੀਆ ਬੈਠੀ। ਜ਼ਿਆ ਰਸੂਲ ਸਾਹਿਬ ਅਨਮਿਊਟ ਕਰੋ ਤੇ ਟਾਈਮ ਸ਼ੁਰੂ ਕਰਨੇ ਆ, ਟਾਈਮ ਤੇ ਗੱਲ ਹੋਏਗੀ। ਉਹ ਗੱਲ ਕਿਹੜੀ ਕਰਨੀ ਆ ਇਹ ਤਾਂ ਦੱਸ ਲਓ ਪਹਿਲੇ। ਕੋਈ ਵੀ ਮੌਜੂ ਕਰ ਲਓ, ਤੈਅ ਕਰ ਲਓ ਨਾ। ਗੱਲ ਅਸੀਂ ਕਰ ਲੈਂਦੇ ਹਾਂ ਅੱਜ। ਅਸੀਂ ਕਾਫੀ ਜ਼ਿਆਦਾ ਮੌਜੂ ਨੇ। ਅਸੀਂ ਅੱਜ ਤੁਹਾਡੇ ਅਕਾਇਦ ਦੇ ਬਾਰੇ 'ਚ ਕੁਝ ਸਵਾਲਾਤ ਕਰ ਲੈਂਦੇ ਹਾਂ, ਤੇ ਉਹਨਾਂ ਦੇ ਬਾਰੇ ਸਾਨੂੰ ਦੱਸ ਦਿਓ ਕਿ ਤੁਹਾਡੇ ਅਕਾਇਦ ਜਿਹੜੇ ਨੇ ਉਹ ਕਿਵੇਂ ਕੁਰਾਨ ਹਦੀਸ ਠੀਕ ਤੋਂ। ਹੋ ਗਿਆ ਜੀ, ਇੱਕ ਸਵਾਲ ਤੁਹਾਡਾ ਇੱਕ ਸਾਡਾ। ਨਹੀਂ, ਅੱਜ ਤੁਹਾਡੇ ਤੁਸੀਂ ਆਏ ਹੋ ਸਾਨੂੰ ਇਸਲਾਮ ਸਿਖਾਉਣ। ਨਹੀਂ ਇੰਜ ਕੋਈ ਇੰਜ ਮੈਂ ਕਿਧਰੇ ਵੀ ਗੱਲ ਨਹੀਂ ਕਰਦਾ ਵੀ ਇੱਕ ਵੇਖੋ ਪਾਸੇ ਯਾਰ ਰਸੂਲ, ਲੱਗੇ ਰਹੋ ਤੁਸੀਂ। ਇੱਕ ਤੁਹਾਡਾ ਇੱਕ ਸਾਡਾ, ਮੇਰੀ ਤਾਂ ਕਰਨੀ ਸੁਣੋ ਨਾ, ਠੀਕ ਨਹੀਂ ਮੇਰੀ ਕਰਨੀ ਗੱਲ ਜਵਾਬ ਦਿਓ। ਯਾਰ ਰਸੂਲ ਸਾਹਿਬ ਸੁਣੋ, ਸਾਨੂੰ ਭਾਈ ਤਾਂ ਜੇ ਤੁਸੀਂ ਉਂਝ ਹੀ ਕਰਨੀ ਨਹੀਂ ਹੈ ਮੁਸਲਮਾਨ ਸਮਝਦੇ। ਤੇ ਹਾਂ ਕਰੋ, ਨਹੀਂ ਤੇ ਮੇਰੀ ਜਵਾਬ ਗੱਲ ਦਿਓ ਤਾਂ ਬਸ। ਸੁਣੋ ਨਾ, ਦੂਜੀ ਕੋਈ ਗੱਲ ਨਹੀਂ ਸੁਣਨੀ, ਇੱਕ ਸਵਾਲ ਤੁਹਾਡਾ ਇੱਕ ਮੇਰਾ, ਬਸ ਗੱਲ ਮੇਰੀ ਮੁੱਕੀ। ਗੱਲ ਤੇ ਮੁਹਤਰਮ ਸੁਣੋ ਨਾ, ਇੱਕ ਸਵਾਲ ਤੁਹਾਡਾ ਤੇ ਇੱਕ ਸਾਡਾ, ਇੰਜ ਤੇ ਅਸੀਂ ਹੱਕ ਤੱਕ ਹੀ ਨਹੀਂ ਪਹੁੰਚ ਸਕਾਂਗੇ। ਨਾ ਪਹੁੰਚਣਾ ਨਾ ਪਹੁੰਚੋ ਭਾਈ, ਇੱਕ ਪਾਸੇ ਯਾਨੀ ਮੇਰੇ ਤੇ ਮਤਲਬ ਸਵਾਲ ਕਰਕੇ ਤੁਹਾਡਾ ਪਹੁੰਚਣਾ ਤੁਸੀਂ ਹੱਕ ਨਹੀਂ ਪਛਾਣਨਾ ਚਾਹੁੰਦੇ। ਮੇਰੇ ਤੇ ਸਵਾਲ ਕਰਕੇ ਪਹੁੰਚਣਾ ਤੁਸੀਂ, ਉਧਰੋਂ ਨਹੀਂ ਉਹੀ ਹੈ ਪਹੁੰਚਣਾ। ਨਾ, ਇੰਜ ਨਹੀਂ ਵੇਖੋ ਗੱਲ ਹੋਣੀ। ਮੈਂ ਸਾਫ਼ ਮੈਂ ਕਹਤਾ ਇੰਜ ਨਹੀਂ ਗੱਲ ਚਲੋ ਹੋਣੀ। ਜਿੰਨੇ % ਅਸੀਂ ਆ ਉਹਨਾਂ ਤੁਸੀਂ ਸਵਾਲ ਕਰ ਲਓ, ਜਿੰਨੇ % ਤੁਸੀਂ ਉਹਨੇ ਸਵਾਲ ਅਸੀਂ ਕਰ ਲੈਣੇ। ਠੀਕ ਹੋ ਗਿਆ ਜੀ। ਤੁਸੀਂ ਯਾਨੀ ਕਿੰਨੇ % ਹੋ? ਤੁਸੀਂ ਮੁਸਲਮਾਨਾਂ ਦੇ ਹਿਸਾਬ ਨਾਲ ਮੇਰੇ ਖਿਆਲ 0.0000001% ਹੋ ਗਏ। ਠੀਕ ਹੈ, ਮੇਰਾ ਤੋ ਖਿਆਲ ਹੈ ਕਿ ਤੁਹਾਡੇ ਕੋਈ ਸਾਡੇ 0.01%, ਮੁਸਲਮਾਨ ਹੈ ਨੇ 2 ਅਰਬ। ਯਾਨੀ ਸਾਡੇ 9 ਤੁਹਾਡੇ ਸਵਾਲ, ਤੁਹਾਡਾ ਇੱਕ ਬਣਨਗੇ ਸਵਾਲ। ਜਨਾਬ, ਤੁਹਾਡੇ ਸਵਾਲ ਬਣਨਗੇ ਜਨਾਬ 1 ਅਰਬ ਤੇ 99 ਕਰੋੜ ਨਹੀਂ, ਉਹਨੂੰ ਮੁਖਤਸਰ ਕਰਨੇ ਨਾ। 9 ਸਵਾਲ ਅਸੀਂ ਕਰੋੜ ਕਰ ਤੇ ਲੈਂਦੇ ਆ, 95 ਇੱਕ ਲੱਖ। ਸਵਾਲ ਤੁਸੀਂ ਕਰ 1 ਲਿਓ। ਅਰਬ 99 ਕਰੋੜ ਤੇ 95 ਲੱਖ ਤੁਹਾਡੇ ਸਵਾਲ ਬਣਨੇ ਨੇ। ਚਲੋ ਬਿਸਮਿਲ੍ਲਾ ਕਰੋ, ਇੰਨੇ ਸਵਾਲ ਕਰੋ, ਫਿਰ ਮੈਂ ਇੱਕ ਸਵਾਲ ਕਰਾਂਗਾ। ਜਜ਼ਾਕ ਅੱਲਾ। ਸਭ ਤੋਂ ਪਹਿਲੀ ਗੱਲ ਇਹ ਯਾਰ ਰਸੂਲ ਸਾਹਿਬ ਕਿ ਤੁਸੀਂ ਸਾਰੇ ਨਹੀਂ ਮੁਸਲਮਾਨ ਕਰਨੀ, ਮੁਕਰਨਾ ਨਹੀਂ ਜ਼ਬਾਨ ਤੋਂ, ਹੁਣ ਸਵਾਲ ਠੀਕ ਇੰਨੇ ਹੈ, ਹੁਣ ਕਰਨੇ ਨੇ। ਸਵਾਲ ਹੀ 1 ਕਰਨ ਅਰਬ ਲੱਗੇ ਆ 99 ਨਾ, ਕਰੋੜ 95 ਸਵਾਲ ਹੀ ਲੱਖ। ਕਰਨ ਲੱਗੇ, ਹੁਣ ਕਰਨ ਤੇ ਦੋ ਨਾ ਮਤ। ਹਾਂ ਨਹੀਂ, ਜੇ ਇੰਨੇ ਕਰ ਸਕਦਾ ਹੈ ਤੇ ਕਰ, ਨਹੀਂ ਤੇ ਇੱਕ ਸਵਾਲ। ਜ਼ਰੂਰ ਜ਼ਰੂਰ, ਇਹ ਨਹੀਂ ਕਰ ਸਕਦੇ, ਬੇਫਿਕਰ ਹੋ। ਮਸਲਾ ਇਹ ਹੈ ਕਿ ਤੁਸੀਂ ਸਾਰਿਆਂ ਨੂੰ ਮੁਸਲਮਾਨ ਕਿਹਾ ਹੈ, ਕੀ ਸ਼ੀਆ ਤੁਹਾਡੇ ਨਜ਼ਦੀਕ ਮੁਸਲਮਾਨ ਨੇ? ਪਹਿਲਾ ਸਵਾਲ ਤੇ ਇਹਦਾ ਤੇ ਜਵਾਬ ਦਿਓ। ਤਮਾਮ ਸ਼ੀਆ ਤੁਹਾਡੇ ਨਜ਼ਦੀਕ ਮੁਸਲਮਾਨ ਜੀ ਨੇ? 1 ਅਰਬ 99 ਕਰੋੜ 94 ਲੱਖ 99 ਤੇ ਜਵਾਬ ਹਜ਼ਾਰ ਵੀ ਤੇ 900 ਦਵੋ ਨਾ। 99,999 ਰਹਿ ਗਿਆ ਠੀਕ ਹੈ, ਪਿੱਛੇ। ਗਿਣੀ ਜਾਇਓ, ਨਾਲ ਜਵਾਬ ਵੀ ਤੇ ਦੇਈ ਜਾਓ ਨਾ। ਨਹੀਂ ਨਹੀਂ, ਜਵਾਬ ਇੱਕੋ ਵਾਰੀ ਦੇਾਂਗੇ। ਪਹਿਲੇ ਇੱਕ ਇੱਕ ਸਵਾਲ ਕੀਤਾ ਉਹਦਾ ਜਵਾਬ ਦੋ ਨਾ, ਏਦਾਂ ਤੇ ਫਿਰ ਅਜੇ ਇੱਕ ਸਾਰੀ ਇੱਕ ਉਮਰ ਕਰਨਾ। ਲੰਘ ਤਾਰ ਸਾਹਿਬ, ਤੇ ਜਾਏਗੀ। ਮੈਂ ਤਾਂ ਪਹਿਲੇ ਕਹਿਤਾ ਵੀ ਇੱਕ ਇੱਕ ਸਵਾਲ ਕਰ ਲਓ, ਇੱਕ ਇਹਦਾ ਇੱਕ ਹਾਂਜੀ, ਮੇਰਾ। ਨਹੀਂ, ਇੱਕ ਇੱਕ ਸਵਾਲ ਦੀ ਤੁਸੀਂ ਇੱਕ ਦਾ ਮਤਲਬ ਹੁਣ ਕਰ ਜਵਾਬ ਦੇ ਲਵੋ। ਦਿਓ, ਫਿਰ ਦੂਜਾ ਲੈ ਲਿਓ। ਤਾਹਰ ਭਾਈ, ਇਹ ਕੀ ਅਸੂਲ ਹੈ ਬਈ, ਇੱਕ ਇੱਕ ਸਵਾਲ ਕਰ ਨਹੀਂ, ਲਵੋ? ਜੇ ਮੈਂ ਇਹ ਜਵਾਬ ਕੋਈ ਦੇਣਾ ਤੇ ਅਸੂਲ ਫਿਰ ਨਹੀਂ ਹੁੰਦਾ, ਪਹਿਲੇ ਜਵਾਬ ਤੋਂ ਬਾਅਦ ਮੈਂ ਇਹ ਸਵਾਲ ਅਸੂਲ ਹੀ ਕਰਨਾ। ਨਹੀਂ ਹੁੰਦਾ। ਇੱਕ ਸਵਾਲ ਮੇਰਾ ਹੈ, ਨਹੀਂ ਹੈ ਤੇ ਨਾ ਉਸ ਕਰੋ ਗੱਲ। ਸਵਾਲ ਤੁਹਾਡਾ ਨੂੰ ਨਹੀਂ ਪੂਰਾ ਅਸੂਲ ਐਡਰੈਸ ਹੋਏਗਾ ਕਰ ਤੇ ਦਿਓ ਨਾ ਕਰੋ ਗੱਲ। ਉਹ ਤੁਸੀਂ ਕਰ ਹੀ ਨਹੀਂ ਸਕਦੇ, ਤੁਹਾਡੇ 'ਚ ਹਿੰਮਤ ਨਹੀਂ ਹੈ ਸਾਡੇ ਸਵਾਲ ਦਾ ਜਵਾਬ ਨਹੀਂ ਦੇਣ ਦੀ। ਹਿੰਮਤ ਹੈ, ਹਿੰਮਤ ਮੈਂ ਤਾਂ ਬੈਠਾ, ਮੈਂ ਤਾਂ ਤੁਹਾਨੂੰ ਇਹ ਵੀ ਇਜਾਜ਼ਤ ਦੇ ਰਿਹਾ, ਪਹਿਲਾਂ ਤੁਸੀਂ ਕਰੋ ਕਰੋ ਸਵਾਲ। ਇਹਨੂੰ ਕਹਿੰਦੇ ਮਰਦੇ ਮੈਦਾਨ। ਤੇ ਮੈਂ ਤਾਂ ਕਰਨ ਕਹਿ ਰਿਹਾ ਲੱਗੇ ਆ ਪਹਿਲਾ ਨਾ, ਸਵਾਲ ਫਿਰ ਤੁਸੀਂ ਕਰੋ। ਖਲੋਵੋ ਵੀ। ਪਹਿਲੇ ਅਸੀਂ ਫਿਰ ਜਵਾਬ ਸ਼ਰਤਾਂ ਕਿਉਂ ਦੇਾਂਗੇ, ਲਾਉਂਦੇ ਤੁਸੀਂ ਵੀ ਤੇ ਫਿਰਦੇ? ਲੱਤਾਂ ਤੇ ਭਾਰ ਪਾਓ ਨਾ, ਤੁਸੀਂ ਵੀ ਲਓ, ਤੇ ਭਾਰ ਤੁਸੀਂ ਵੀ ਲੱਤਾਂ ਤੇ ਪਾਓ। ਭਾਰ ਪਾਓ ਨਾ। ਮਸੀਹ ਮੌਤ ਦੇ ਸ਼ੇਰੋ, ਤੁਸੀਂ ਵੀ ਲੱਤਾਂ ਤੇ ਭਾਰ ਪਾਓ, ਕਹੋ ਅਸਾਂ ਵੀ ਦੇਾਂਗੇ ਜਵਾਬ। ਪਾਓ ਲੱਤਾਂ ਤੇ ਭਾਰ, ਉਹ ਸ਼ਾਬਾਸ਼। ਅਸੀਂ ਸਾਰੀ ਉਮਰ ਹੀ ਜਵਾਬ ਕੁਝ ਦਿੰਦੇ ਨਹੀਂ ਆ। ਹੋਣ ਲੱਗਾ, ਨਹੀਂ ਸੱਟਾਂ ਵੱਜਦੀਆਂ, ਕੋਈ ਜ਼ਖਮੀ ਨਹੀਂ ਹੋਣ ਲੱਗੇ, ਮੂੰਹ ਨਾਲ ਹੀ ਗੱਲ ਕਰਨੀ ਹੈ। ਹਾਂਜੀ, ਗੱਲ ਇਹ ਵੇ ਕਿ ਇਹ ਤਾਂ ਕੋਈ ਅਖਲਾਕੀ ਗੁਫ਼ਤਗੂ ਨਹੀਂ ਆ, ਲੱਤਾਂ ਤੇ ਭਾਰ ਪਾਓ ਤੇ ਇੰਜ ਕਰੋ ਤੇ ਉਹ ਕਰੋ ਤੇ ਇਹ ਤੇ ਉਹ, ਇਹ ਅਖਲਾਕੀ ਹਾਂ ਤੇ ਬਸ ਫਿਰ ਅਸੂਲ ਦੀ ਗੱਲ ਜਿਹੜੀ ਆ ਉਹ ਹੈ ਜਾਂ ਇੱਕ ਸਵਾਲ ਤੁਸੀਂ ਕਰੋ ਸਾਡੇ ਤੇ, ਪਹਿਲੇ ਕਰ ਲਓ, ਇੰਨੀ ਤੁਹਾਨੂੰ ਅਸੀਂ ਛੂਟ ਦੇ ਦਿੰਨੇ ਆ, ਪਹਿਲੇ ਕਰ ਲਓ, ਅਸੀਂ ਜਵਾਬ ਦੇਾਂਗੇ। ਫਿਰ ਸਵਾਲ ਹੋਏਗਾ ਸਾਡਾ ਤੇ ਜਵਾਬ ਦੇਣਗੇ ਤੁਸੀਂ, ਉਹ ਤੋਂ ਬਾਅਦ ਫਿਰ ਤੁਸੀਂ ਕਰ ਲਓ। ਨਹੀਂ ਹੁੰਦਾ ਨਾ, ਇੰਜ ਨਹੀਂ ਚੱਲਦਾ। ਭਾਈ ਕਿਹੜੇ ਅਸੂਲ ਤੁਹਾਡੇ ਨੇ? ਕਿਹੜਾ ਅਸੂਲ ਨਹੀਂ ਹੁੰਦਾ? ਇਹ ਅਸੂਲ ਹੁੰਦਾ ਵਾ ਵੀ ਇੱਕ ਅਗਲੇ ਚਾਹ ਸ਼ਾਹ ਪਿਓ, ਲੱਸੀ ਸੱਸੀ ਪਿਓ। ਇੱਕ ਮਿੰਟ ਜਰਾ ਚੁੱਪ ਕਰੋ। ਚੱਲ ਇਹ ਅਸੂਲ ਨਹੀਂ ਹੁੰਦਾ ਤੇ ਮੈਂ ਕਰਨਾ ਸਵਾਲ, ਤੂੰ ਜਵਾਬ ਦੇ। ਇਹ ਅਸੂਲ ਨਹੀਂ ਨਾ ਹੁੰਦਾ ਵੀ ਦੋਵੇਂ ਨਹੀਂ ਕਰਦੇ, ਮੈਂ ਕਰਦਾ ਸਵਾਲ, ਤੂੰ ਦੇ ਜਵਾਬ। ਮੈਂ ਮੌਜੂ ਤੈਅ ਕਰਨਾ ਵਾ, ਮੌਜੂ ਤੈਅ ਕਰਨੇ ਆ, ਮੌਜੂ ਦੇ ਮੁਤਾਬਕ ਇੱਕ ਮੌਜੂ ਤੇ ਇੱਕ ਵਕਤ ਹੀ ਗੱਲ ਹੁੰਦੀ ਹੈ। ਇੱਕ ਸਵਾਲ ਤੇ ਇੱਕ ਵਕਤ ਹੀ ਗੱਲ ਹੁੰਦੀ ਹੈ। ਮੈਂ ਕਰਾਂਗਾ ਸਵਾਲ, ਮੇਰੀ ਤਾਂ ਸੁਣ ਲਓ ਨਾ, ਹੁਣ ਗੱਲ ਤੇ ਪੂਰੀ ਹੋਣ ਦਿਓ ਨਾ ਯਾਰ ਰਸੂਲ ਸਾਹਿਬ। ਅਸੂਲੀ ਗੱਲ ਇਹ ਹੁੰਦੀ ਹੈ ਕਿ ਇੱਕ ਵਕਤ ਦੇ ਵਿੱਚ ਇੱਕ ਹੀ ਮੌਜੂ ਦੇ ਉੱਤੇ ਗੁਫ਼ਤਗੂ ਹੁੰਦੀ ਹੈ, ਇੱਕ ਵਕਤ 'ਚ ਦੋ ਮੌਜੂ ਸ਼ੁਰੂ ਕਰਕੇ ਖਲਤੇ ਮਬਸ ਹੁੰਦੀ ਹੈ। ਇੱਕ ਵਕਤ ਦੇ ਵਿੱਚ ਠੀਕ ਹੈ ਮੌਜੂ, ਫਿਰ ਮੈਂ ਦੇ ਨਾਲ ਉੱਤੇ ਕਰੋ ਗੱਲ, ਕਰ ਸਕਦੇ ਹੋ। ਦੋ ਮੌਜੂ ਸ਼ੁਰੂ ਕਰਕੇ ਖਲਤੇ ਮਬਸ। ਮੁਸਤਫਾ, ਇਸ ਟਾਈਮ ਅਸੀਂ ਜਾਣਦੇ ਹਾਂ, ਅਸੀਂ ਤੁਹਾਡਾ ਦੀਨ ਸਿੱਖੀਏ ਜਿਹੜਾ ਇਸਲਾਮ ਤੁਹਾਡੇ ਕੋਲ।
ਹਿੰਮਤ ਕਰੋ ਨਾ। ਤੁਹਾਡਾ ਜੇ ਸਾਡੇ ਕੋ ਸਾਡਾ ਦੀਨ ਸਿੱਖਣਾ ਨਾ ਤੇ ਫਿਰ ਇਹ ਸੋਚ ਲਾ, ਮੈਂ ਤੈਨੂੰ ਇਹ ਵੀ ਮੌਕਾ ਦੇ ਦੇਣਾ ਵੀ ਸਵਾਲ ਤੂੰ ਸਾਡੇ ਤੇ ਕਰ, ਫਿਰ ਜਵਾਬ ਮੈਂ ਆਪਣੀ ਮਰਜ਼ੀ ਦਾ ਦਿਆਂਗਾ। ਮੈਂ ਚੁੱਕਿਆ ਆਪਣੀ ਆਪਣਾ ਮਰਜ਼ੀ ਦੀਨ ਦਾ ਦੋ, ਸਿਖਾਉਣਾ। ਮੈਂ ਕਦੋਂ ਮਜਬੂਰ ਕੀਤਾ ਤੈਨੂੰ ਕਿ ਮੇਰੀ ਮਰਜ਼ੀ ਦਾ ਦੋ? ਸਵਾਲ ਤਾਂ ਗੱਲ ਤੁਸੀਂ ਆਪਣੀ ਕਨਫਰਮ ਹੋ ਗਈ ਜੀ ਹੁਣ? ਜਵਾਬ ਕਨਫਰਮ ਹੋ ਗਈ? ਤੁਹਾਡੀ ਮਰਜ਼ੀ ਹੈ, ਸਵਾਲ ਜਿੱਦਾਂ ਦਾ ਅਸਾਂ ਤੁਸੀਂ ਕਰਨਾ, ਦੇਣਾ ਜਵਾਬ ਕਰਨਾ ਅਸੀਂ ਤਾਂ ਨਹੀਂ ਤੁਹਾਨੂੰ ਕਹਿ ਸਕਦੇ ਕਿ ਸਾਡੀ ਮਰਜ਼ੀ ਦਾ ਚਲੋ ਦੋ, ਜੀ ਤੂੰ ਅੱਜ ਆਪਣੀ ਤੈਅ ਹੋ ਗਿਆ ਸਵਾਲ ਕਰਨਾ ਇਮਰਾਨ ਕਾਦੀਆਨੀ ਕਾਲੋਂ ਨੇ ਕੁੱਤੀ ਜਵਾਬ ਦਾ ਮੈਂ ਬੱਚਾ, ਦੇਣਾ ਮੈਂ ਆਪਣੀ ਕਾਦੀਆਨੀ ਮਰਜ਼ੀ ਦਾ। ਹਰਾਮੀ ਉਹ ਬਗੈਰ ਥੱਲੇ ਕਸ਼ਤੀ ਦੇ ਬੱਚੇ ਕੀ ਹੈ ਕਾਦੀਆਨੀ ਤੂੰ? ਖਬੀਰ ਇਹਨੂੰ ਥੱਲੇ ਇਸ ਮਸਲੇ ਦਾ ਸੁੱਟੋ, ਕੁੱਤਾ। ਗਾਲੀ ਬਾਜ਼ ਆ ਗਿਆ। ਇਹ ਗੱਲ ਨਹੀਂ ਕੱਢਣੀ। ਯਾ ਰਸੂਲ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਇਹ ਜੀ opportunity ਦੁਬਾਰਾ ਦਿੱਤੀ। 1 ਮਿੰਟ, ਇੱਥੇ ਰਿਕਾਰਡਿੰਗ ਥੱਲੇ ਕੋ ਭਾਈ ਕਰ ਰਿਹਾ ਰਿਕਾਰਡਿੰਗ? ਜ਼ਰਾ ਮੈਸੇਜ ਕਰਕੇ ਦੱਸੇ ਜਰਾ, ਆਪਣਾ ਕੋ ਭਾਈ ਰਿਕਾਰਡਿੰਗ ਕਰ ਰਿਹਾ? ਹਾਂਜੀ, ਸਭ ਕੁਝ ਰਿਕਾਰਡਿੰਗ ਹੋ ਰਹੀ ਹੈ ਜੀ, ਸਾਰੇ ਕਰ ਰਹੇ ਨੇ। ਬਹੁਤ ਇੱਕ ਮਿੰਟ ਤਾਰ ਸਾਹਿਬ ਮੈਨੂੰ ਜ਼ਰਾ ਆਪਣੇ ਸਾਥੀਆਂ को पूछ लेने दो। ऐसे थल्ले को साथी रिकॉर्डिंग कर ले। अच्छा ठीक हो गया। लिखा जी ले जी यहाँ इमरान कालो साहब ऐलान कर दें कि आज मैंने जवाब नहीं देने ज़िया रसूल के सवालों के, बल्कि मैंने ज़िया रसूल पे सवाल करना है और ज़िया रसूल ने अपनी मर्जी से जवाब देना, हम उसको रोकेंगे नहीं। ऐलान कर दें जी। हाँ, मैं ऐलान करता हूँ कि ज़िया रसूल साहब से आज हम इनके दीन के बारे में सवालात करेंगे, इनके फ़िरके के बारे में, इनके अकायद के बारे में हम आज सवालात करेंगे, और इनके जो भी ये जवाब देना चाहें ये अपनी जवाबात में आज़ाद हैं। हम इन पर कोई अपना जवाब इम्पोज नहीं करेंगे। इनको ये नहीं कहेंगे कि आप हमारी मर्ज़ी के जवाब दें। ये जो भी जवाब दें उसको हम देख लेंगे कि क्या वो कुरान और सुन्नत के मुताबिक है कि नहीं। रोकेंगे नहीं इनको? हाँ, हम नहीं रोकेंगे जी। बिस्मिल्लाह करो जी। जी बिस्मिल्लाह। सबसे पहला ये सवाल है कि आपका फ़िरका, आप इमाम अहमद रज़ा खान बरेलवी साहब को बाकी फ़िरक़ों से मोतबर समझते हैं, या कि इमाम अहमद रज़ा खान बरेलवी साहब और फ़िरका शिया और देवबंद और अहले हदीस सब को एक ही बराबर समझते हैं? जी मोहतरम, मेरा जवाब ये है कि हम फ़िरका उसको समझते हैं जिसने बाजू खड़ा करके आके ऐलान किया कि ये रकम पंजाब में उठने वाले, नहीं, ये सवाल नहीं है मेरा ना, फ़िरका अहमदिया का। ये सवाल नहीं है मेरा। अब अभी क्या हुआ? आपने अभी क्या कहा था? मैंने सवाल के मुताबिक जवाब देना है ना। मैंने तो ये पूछा ही नहीं कि आप फ़िरका किसको समझते हैं। मैंने नहीं ये पूछा ज़िया रसूल साहब कि फ़िरका किसको समझते हैं। आपने इधर वादा किया है इतने लोगों के सामने कि आप मुझे अपनी मर्जी का जवाब नहीं मांगेंगे, अपनी मर्जी का जवाब दूंगा दें, वही लेंगे। हाँ, मर्जी का जवाब दें, मर्जी का जवाब दें। तो मर्जी का देने दे नहीं रहे, लेकिन जवाब जो सवाल है उसके मुताबिक हो ना। सवाल मैंने क्या पूछा? रोको लो ज़िया रसूल, सवाल मैंने क्या छूट पूछा? ज़िया रसूल जिन्नी तानू किसी ने देनी है भाई मैंने सवाल क्या पूछा? मैंने सवाल ये तुसी पूछा ही सवाल नहीं भी कि तुसी आप कर लो। फ़िरका किसको समझते हैं। मैंने ये सवाल नहीं किया। सवाल मैंने ये किया है कि आपके नज़दीक इमाम अहमद रज़ा खान बरेलवी साहब मोतबर हैं, या शिया मोतबर हैं, अहले हदीस मोतबर हैं, देवबंदी मोतबर हैं। आप इन सब में किसको मोतबर समझते हैं? पहला फिर मैं ही सवाल कीता जनाब, सवाल दोबारा सुन पहले लो। ਇਹ ਸਵਾਲ ਕੀਤਾ ਸੀ ਜੀ, ਨਾ जी ਕੀਤਾ यही सवाल कीता सी। चलो जी, मैं ये आखिरी बार आपको माफ कर रहा हूँ। अगर अगली बार आपने सवाल बदला पेशेंस से बात करें यार, ये मैं फिर आपको सवाल नहीं बदलने दूंगा। ठीक है, यही ये सवाल सारे किया, आप लोग समझे नोट कर गलत लें कि सवाल करके अब बंदे ने सवाल बदल लिया। पहले इन्होंने वादा किया कि भाई मैं आपको, आप जो जवाब देंगे हम सुनेंगे, अपनी मर्जी का जवाब हम नहीं लेंगे। इन्होंने बीच में रोका, अब ये सवाल बदल लिया है। अगली बार ना सवाल बदला जाएगा, ना इनको मैं जो बात ये कबूल कर चुके हैं उनसे हटने दूंगा। लेकिन रेलिवेंट भी तो जवाब दे ना। आप रेलिवेंट जवाब नहीं देंगे तो कैसे पता चलेगा कि आप भाई हमारा तो कोई भी आपको रेलिवेंट नहीं लगता, हम पाबंद है इस बात के। क्यों नहीं लगता? सब आप मिट्टी से मत होने से बैठे सारे, पता नहीं कि आप रेलिवेंट बात कर रहे हैं या नहीं कर रहे। जी चलें बताएं, आपके नजदीक मोतबर कौन है? ठीक है, हाँ सवाल आपने सुन लिया है। आपके नजदीक मोतबर कौन है? आप इमाम अहमद रज़ा खान बरेलवी साहब को मोतबर समझते हैं, आप शिया को मोतबर समझते हैं, आप अहले हदीस को मोतबर समझते हैं, आप देवबंद को मोतबर समझते हैं। तो आपके नज़दीक सबसे मोतबर ज़ात कौन सी है? जी बहुत बहुत शुक्रिया जी। मेरे नज़दीक मोतबर वो है जो नबी पाक सल्लल्लाहु अलैहि वसल्लम के बाद नबूवत का दावा करने वाले को कज़ाब, दज्जाल, लईन, मरदूद, मलऊन मानता है, वो सब हमारे लिए मोतबर है जी। अगला सवाल। अहमद रज़ा खान बरेलवी साहब मोतबर हैं, शिया मोतबर हैं, देवबंद मोतबर हैं, या अहले हदीस?
اگر احمد رضا خان بریلوی صاحب نبی پاک صلی اللہ علیہ وسلم کے بعد نبوت کا دعویٰ کرنے والے کو کذاب دجال کہتے ہیں تو وہ معتبر ہیں۔ اگر شیعہ نبی پاک صلی اللہ علیہ وسلم کے بعد نبوت کا دعویٰ کرنے والے کو کذاب دجال ملعون لعین کہتے ہیں تو شیعہ معتبر ہیں۔ اگر اہل حدیث نبی پاک صلی اللہ علیہ وسلم کے بعد نبوت کا دعویٰ کرنے والے کو کذاب دجال ملعون لعین کہتے ہیں تو وہ معتبر ہیں۔ اگر دیوبندی نبی پاک صلی اللہ علیہ وسلم کے بعد نبوت کا دعویٰ کرنے والے کو مردود لعین کذاب دجال مانتے ہیں تو وہ معتبر ہیں۔ اگر سلفی جو ہیں وہ نبی پاک صلی اللہ علیہ وسلم کے بعد نبوت کا دعویٰ کرنے والے کو دجال کذاب ملعون لعین مانتے ہیں تو وہ معتبر ہیں۔ اگر سیفی نبی پاک صلی اللہ علیہ وسلم کے بعد نبوت کا دعویٰ کرنے والے کو کذاب دجال ملعون مانتے ہیں تو وہ معتبر ہیں۔ اگر قادری نبی پاک صلی اللہ علیہ وسلم کے بعد نبوت کا دعویٰ کرنے والے کو کذاب دجال ملعون لعین مانتے ہیں تو وہ معتبر ہیں۔ اگر چشتی نبی پاک صلی اللہ علیہ وسلم کے بعد نبوت کا دعویٰ کرنے والے کو کذاب دجال ملعون لعین زندیق مانتے ہیں تو وہ معتبر ہیں۔ اگر سور وردی نبی پاک صلی اللہ علیہ وسلم کے بعد نبوت کا دعویٰ کرنے والے کو کذاب دجال ملعون لعین مردود مانتے ہیں تو وہ معتبر ہیں۔ اگر وہابی نبی پاک صلی اللہ علیہ وسلم کے بعد نبوت کا دعویٰ کرنے والے کو کذاب دجال ملعون لعین مانتے ہیں تو وہ معتبر ہیں۔ اگر سنی نبی پاک صلی اللہ علیہ وسلم کے بعد نبوت کا دعویٰ کرنے والے کو کذاب دجال لعین ملعون مانتے ہیں تو وہ معتبر ہیں۔ اگر فریدی نبی پاک صلی اللہ علیہ وسلم کے بعد نبوت کا دعویٰ کرنے والے کو کذاب دجال ملعون لعین مانتے ہیں تو وہ معتبر ہیں۔ اگر مکی نبی پاک صلی اللہ علیہ وسلم کے بعد نبوت کا دعویٰ کرنے والے کو کذاب دجال ملعون لعین مانتے ہیں تو وہ معتبر ہیں۔ اگر مدنی نبی پاک صلی اللہ علیہ وسلم کے بعد نبوت کا دعویٰ کرنے والے کو کذاب دجال ملعون لعین مانتے ہیں تو وہ معتبر ہیں۔ اگر لاہوری نبی پاک صلی اللہ علیہ وسلم کے بعد نبوت کا دعویٰ کرنے والے کو کذاب دجال ملعون لعین مانتے ہیں تو وہ معتبر ہیں۔ جی بہت اگر شکریہ، فیصلہ آبادی نبی ٹھیک ہے، پاک آپ کا صلی جواب اللہ آ علیہ گیا، وسلم کے بعد آگے جی سارے ٹھیک ہے زیاد رسول صاحب آپ کا جواب آ گیا، بھائی جواب تو سو پورا دن کرنا دے، ہے سو بھائی، دن ہو کرنا گیا دینا جواب دے۔ آپ کا۔ اب سوال اگلا سنیں، عمران نبی بھائی پاک صلی جواب تو اللہ پورا علیہ کرنے دے وآلہ بھائی۔ وسلم کے بعد کتنے نبی ہیں جن کو نبوت ملی ہے؟ جی بھائی پہلے والا جواب تو پورا کرنے دے بھائی۔ ہو گیا، آ وہ گیا آپ جی، نے آ گیا کہا نا جواب کہ بھائی رسول ابھی اللہ کے ادھورا تھا، بعد ابھی تھوڑا سا رہتا ہے، رسول اللہ سنیں نا، آپ نے فرمایا کہ بھائی ابھی رسول تھوڑا اللہ کے سا رہتا ہے، بعد، پورا تو کرنے نہیں وہ دیں، سارے یہ فرقے زیادتی سانو ہے۔ پتہ ٹھیک لگ ہے، گئے نے کنے آپ نے کہا کہ رسول ابھی اللہ کافی کے سارے بعد رہتے ہیں بھئی، زیاد رسول فرقے ابھی بھائی کافی سارے رہتے ہیں سن بھائی۔ لیں نا، اب سن لیں، اگلا سوال یہ ہے کہ بھائی رسول اللہ صلی اللہ علیہ وآلہ وسلم کے بعد کتنے انبیاء ہیں جن کو نبوت ملی؟ کیا نبی پاک صلی اللہ علیہ وآلہ وسلم وہ شخصیت نہیں ہے جن کو سب سے پہلے اللہ تعالیٰ نے نبوت عطا فرمائی؟ او بھائی تیرا سوال ہے نا چو کیڑا وا، کدی کہنا کنیاں نو ملی، کبھی کہنا وا وہی جو ہے ہے نا وہ کہ کب کیا ملی، کبھی کہتے ہیں کیا پہلے نبی وہ، پاک بھائی ایک صلی اللہ سوال علیہ کرنا، اگلا اگلی باری کر لیں، دیکھیں ایک آپ کا سوال کر۔ جواب، وہ آپ تیری کا جان جواب یہ پوری شکنجے چ آ گئی ہے، ہن اونوں تو اینا لمبا آپ لیکچر نے پھنسی دیتا بھائی یہ ہوں، میری سوال جان کر لیں شکنجے، آپ نے یقین یہ کرو فرمایا تازہ ہے۔ پھنسی بھائی۔ چلیں اب سوال تو سنیں نا تحمل سے، میوٹ ڈالو، ہن میوٹ ڈالو سارے۔ سوال سننا ہے آپ نے تحمل سے، سوال اگر آپ صحیح جی اگلا طریقے سے، سوال۔ ہاں اگر آپ سوال صحیح سے نہیں سنیں گے تو جواب کیسے دیں گے؟ سوال ہاں آپ نے کرو، تحمل سے سننا ہے، جس طرح میں نے آپ کا جواب سنا ہے ایسے ہی آپ نے سوال سننا ہے۔ ہاں تو جی سنائے۔ ضیاء رسول صاحب نے، آپ خاموش ہو جائے نا، میوٹ کر لیں جس طرح میں خاموش تھا۔ ضیاء رسول صاحب نے فرمایا کہ نبی پاک صلی اللہ علیہ وآلہ وسلم کے بعد جس کو نبوت ملے اور اس کو جو بھی کذاب دجال لعین مانے گا، ہمارے لیے وہ سب سے معتبر ہے۔ یہ ضیاء رسول صاحب نے ایک پیمانہ بنا دیا، ان کے نزدیک وہ میں معتبر نے نہیں کب ہے۔ کہا، میں نے یہ بات کب کہی ہے، ابھی آپ نے فرمائی ہے، کب کہی، ریکارڈنگ نکالے ابھی کہاں آپ نے کہی ہے میں کہا، نے، ابھی ریکارڈنگ نکالے میں نے کہاں جی کہی ہے، میں یہی نے تو تو آپ کہا ہے فرما کہ رہے، نبی پاک صلی اللہ علیہ وسلم کے بعد ہاں نبوت کا دعویٰ کرنے والے جی کو جی، جو تو کذاب دعویٰ دجال وہی کرے گا ملعون نا جس کہے کو وہ بعد میرے میں لیے ملے گی، معتبر ہے۔ ہاں تو دعویٰ تو وہی کرے گا نا جس کو رسول اللہ کے بعد نبوت ملے گی۔ رسول اللہ ایسے کے بعد کون رسول اللہ، مرزا صاحب یا نبی پاک صلی اللہ علیہ حضرت وسلم؟ محمد مصطفیٰ صلی اللہ علیہ وآلہ وسلم کے بعد جس کو نبوت ملے گی، جو مکہ شریف میں تشریف لائے تھے وہ، یا جو قادیان میں آئے ہیں وہ؟ جو تھے با یزید بستامی، با یزید بستامی،
ہاں وہ بھی کہتے ہیں نا میں محمد ہوں. ہاں تو بتا دیں کس کے بارے میں آپ پوچھ ہاں رہے ہیں؟ با یزید کس کے بستامی بعد؟ کے بارے میں وہ کہتے ہیں نا میں محمد ہوں. تو ان کے بعد نبوت کی بات کر رہے ہیں آپ؟ میں تو محمد مصطفیٰ صلی اللہ علیہ وسلم کی بات کر رہا ہوں. کون ہے پھر محمد باجزید کا نام مصطفیٰ؟ کیوں لے رہے ہیں؟ آپ پوچھ رہے ہیں کون سے محمد، تو میں نے کہا تو میں بھائی بتا وہی دوں. پوچھا ہے نا، تو ایک بتائیں نا بھی کس ہاں کے تو بعد وہ نبوت کی با بات کر رہے یزید ہیں آپ؟ بستامی بھی محمد ہیں، حضرت علی بھی باجزید خود کو بستامی محمد کے بعد کہتے ہیں. باجزید بستامی نے کہا ہے ہاں خود حضرت کو علی بھی محمد کہتے ہیں بقول میں آپ کے، محمد ہوں، حضرت امام حسین بھی تو کہتے آپ ہیں میں محمد باجزید ہوں، حضرت بستامی کے بعد پوچھ رہے ہیں یار میرا نبوت کا؟ سوال میں نہ بولیں، جواب دیا، اب تو سوال بھائی سنیں. پتہ بھی تو چلے نا کہ محمد ایک ہاں تو تو آپ کے پھر مرزا صاحب بھی محمد تو کرتے ہیں بے میں شمار محمد ہوں. ہیں. آپ کس محمد کے بارے میں پوچھ رہے ہیں؟ علی کے بارے میں جو مکہ میں پیدا ہمارے ہوئے ہاں تو وہ بھی ایک ہی محمد تھے. ہیں، نبی پاک صلی اللہ علیہ وسلم اللہ کے نبی ایک ہی ہیں، محمد اور احمد. ہاں ہاں باقی جو کہتا ہے میں محمد کیا ہوں وہ کیا ہے؟ کیا باقی کوئی بھی جو بھی کہے ہوں. نبی پاک صلی اللہ علیہ وسلم کے بعد کہ میں نبی ہوں، میرا نام نہیں میں نے محمد یہ ہے، نہیں پوچھا میں نبی ہوں، نبی ہوں، جو میرا کہے میں نام احمد محمد ہے، ہوں. وہ ہاں کذاب جو ہے، کہے میں دجال محمد ہے، ہوں لعین پھر ہے، وہی ملعون ہے، کذاب لعنتی ہے. دجال ہے لعین ہے. اب ہاں سنیں سوال جو ہے اس پر رہیں. جو بھی کہے کہ او میں سوال خدا تو نے سنیں میرا نا، نام خاموشی سے محمد بھی خاموشی رکھا سے ہے اور خاموشی رسول سے بھی، خاموشی سے اس سوال سنیں. الہی خاموشی کے سے سوال اعتبار سنیں. سے وہ زیار رسول کذاب صاحب دجال سوال ملعون ہے. سنیں تمل سے سوال سنیں. پتہ ہے جی مجھے سنائیں. مشکل ہوتی نبی پاک صلی مشکل ہو اللہ رہی ہے، میری سانس بند ہو رہی ہے، بالکل شکنجے میں پھنسا ہوا ہوں، چپیٹیں یار نکلی بات ہوئی ہیں کرنے میری، ہاں بہت پریشانی ہے. ہاں جی. بات کرنے دیں. ضیاء رسول صاحب نے پیمانہ بنایا کسی کے برتر ہونے کا، افضل ہونے کا، جو نبی پاک صلی اللہ علیہ وآلہ وسلم کے بعد جن نبیوں کو نبوت ملی ان کو کذاب، لعین، دجال مانے. وہ ان کے نزدیک معتبر ہے. جو بھی کہے کہ نبی پاک صلی اللہ علیہ وآلہ وسلم کے بعد موسیٰ علیہ السلام کو نبوت ملی اور وہ کذاب، لعین، دجال تھے، وہ پھر ان کے جھوٹ، پھر جھوٹ، پھر جھوٹ، بھائی آپ نہیں پھر جھوٹ. اے حال آپ یہ فرما رہے ندا، آپ کو پتہ ہے جھوٹ بولنے کے کیا بارے میں موسیٰ مرزا علیہ صاحب نے السلام کیا کو رسول فرمایا؟ اللہ کے بعد نبوت ملی مرزا ہے کہ صاحب نہیں؟ فرماتے ہیں کہ کیا جھوٹ رسول بولنا اللہ روح کے کا نا ایک بعد برابر ہے. موسیٰ علیہ میں السلام نے کو آپ کو نبوت ملی ہے کہا کہ کہ نہیں؟ جو بھی نبی پاک صلی اللہ علیہ وسلم طاہر کے صاحب بعد منع کرو، طاہر اس صاحب نبوت کا کیوں ہاں بول دعویٰ، رہے سنیں ہیں؟ میں اس کو دوبارہ نبوت وضاحت کا کر بھائی دیتا دعویٰ ہوں. اندر کرنے دوبارہ والے میرے کو سوال میں بولے نہ لگا بولیں. آواز کذاب، سن رہے طاہر دجال، بھائی. ملعون مانے وہ معتبر ہے میرے لیے. ٹھیک ہے نا، میرے سوال میں نہ بولیں. جب میں سوال کر کیوں دوں بول گا، رہے ہیں ہاں جب آپ؟ میں جھوٹ کیوں سوال بول کر رہے دوں، ہیں؟ میں یار سوال اے کر لوں حالت ہے گا تہاڈی، تو سوال بھی آپ نہیں پوچھ اپنی سکتے وضاحت تسی. کر دینا کہ یہ اس طرح جھوٹ ہے. سوال تو یار کرنے تسی، دینا. میں بتا تو رہا ہوں کہ جھوٹ بول رہے ہیں. یار میں نے بات ایک کی نہیں اور وہ آپ میری طرف یہی آپ منسوب کر کر کے رہے ہیں سوال نا. پوچھنے پہ چل تلے میں ہوئے ہیں. دوبارہ وضاحت کرتا ہوں دوبارہ. میں نے جو بات یہاں پہ ڈاکٹر کی ہے صاحب وہ آپ یہ کیوں ہے کہ نبی پریشان ہو رہے پاک ہیں؟ صلی سوال اللہ کا علیہ جواب آپ وسلم کے دے لینا. بعد سوال تو کرنے دینا. نبوت کا دعویٰ کرنے والے کو جو بھی کذاب، دجال، ملعون، لعین، زندیق تو اس مانے کا وہ میرے مطلب لیے یہ معتبر ہے، ہے. سن تو لینا، اب یہ میں رک نے جائیں. بات کی ہے، اس پہ کوئی سوال ہے تو کریں جی. پیارے بھائی اسی پر سوال ہے. ہاں نبی جی. پاک صلی اللہ علیہ وآلہ وسلم کو نبوت ملی ہے سب سے پہلے. سب سے پہلے کس کو نبوت ملی ہے؟ حضرت محمد مصطفیٰ صلی اللہ علیہ وآلہ وسلم کو. اب ان کے نبوت ملنے کے بعد سب سے پہلا دعویٰ کیا حضرت آدم نے کہ ان کو بھی نبوت ملی ہے. پھر اس کے بعد دعویٰ کیا باقی انبیاء نے، اور حضرت عیسیٰ تک بے شمار انبیاء آئے جنہوں نے یہ دعویٰ کیا کہ ان کو نبوت ملی ہے محمد مصطفیٰ صلی اللہ علیہ وآلہ وسلم کے بعد. اچھا جی، تو نبی جو پاک ان صلی اللہ علیہ انبیاء کو وسلم کو لعین، آدم علیہ کذاب، السلام سے پہلے طاہر دجال، نبوت صاحب ملی. میرے میں سوال کیوں نہیں کرنے وہ دے؟ چیکاں سوال کیوں کر مار ڈاکٹر رہے ہو بچو؟ یار کی او ہو میرے رہا ڈاکٹر سوال چیکاں میں سوال کیوں نہیں مار بولنے. رہے ہیں؟ کرنے کی نا. ہوئی اور وہ ڈاکٹر کی سوال تے ہویا کرن چیکاں دینا. کیوں مار رہے ہیں؟ چیکاں نہ میرے سوال میں ڈاکٹر بول رہے ہیں. سوال تے کرن دینا ہونا. 2 منٹ سیر لا لیا جی کی ہو گیا جی؟ نہیں سوال ہوگا، ضیاء تو بھی کرو سیر گے. لے لینا. مائک بند کر، شاباش. وہ ضیاء سا لے رسول لو. وہ صاحب مائک نے بند کر، مائک بند، مائک بند، ضیاء وہ شاباش. بھی رسول مائک بند صاحب کر نے جلدی کر. ایک پیمانہ مائک بنا بند دی. کر لا، چپ کر کے. ہاں تو ہی بھی شاباش. بند کرو نا ضیاء رسول صاحب. مینوں سوال بھی نہیں کرن دیندے یار تسی. یار سوال سمجھنا تے ہے نا بچ. تو میں ہی سمجھاواں گا نا، مینوں تو کرن 5 دو منٹ کہ سوال سوال کریں گا، ایک مینوں واری. سمجھنا ہے، پھر 5 منٹ لائیں گا. ویکھو میں نال ایک واری سمجھی سوال جانے، جدوں مکمل مکمل ہو جائے گا کرنا. جواب لے لیں. میں سوال مکمل کرنا، اس تو بعد تسی سمجھ لیو. دوبارہ اوپن کر لیو مائک اور دسیو کہ اس سوال دے وچ مینوں اس گل دی سمجھ اچھا نہیں، میں ٹھیک سمجھا ہو داں گیا گا. جی، ٹھیک ہو گیا. چلو جی کرو جی. بہت کتنے منٹ چ شکریہ. ہو جائے گا سوال پورا؟ میں کوشش کرنا جلد میں مکمل کر. چلو مکمل کرو جی جلد. ضیاء رسول صاحب نے کہا کہ جو نبی پاک صلی اللہ علیہ وآلہ وسلم کے بعد دعویٰ نبوت کرے اور جو بھی اس کو کذاب، دجال، لعین مانے گا وہ ان کے ہاں سب سے معتبر ہے.
تو اس طرح تو عیسائی، یہودی، ہندو سارے نبیوں کو جو ہے نا وہ ہندو تو سارے نبیوں کو ہی کذاب، دجال، لعین مانتے ہیں. اب وہ پھر ان کے نزدیک سب سے افضل ہونے چاہیے، سب سے معتبر ہونے چاہیے. مسلمان بھی سارے جھوٹے ملونوں کو کذاب، دجال، لعین مانتے ہیں. یار رسول صاحب میرا سوال نہیں آپ پورا ہونے دے. سوال کرو نا. مسلمان بھی سب کذابوں کو، دجالوں کو، ملعون اور لعین مانتے ہیں. جو کہتے ہیں کہ خدا نے میرا نام محمد اور احمد رکھا، مسلمان بھی ان کو دجال، کذاب، لعین مانتے ہیں. سوال کر جڑا کرنا ہی ادھر نہ جا. شاباش. خدا نے میرا نام محمد رکھا، ان کی لسٹ بتائیں ان کو ذرا. ڈاکٹر صاحب خاموش ہو نا، مجھے سوال ڈاکٹر صاحب خاموش ہو جائے. چپ کر تھتیا، چپ کر. داخلہ لے زبان دا علاج کرا تھتیا. مائک بند کر تھتیا، مائک بند کر. شاباش. یا رسول صاحب خاموش ہو. رانا صاحب خاموش ہو. زیاد صاحب جب میں سوال مکمل کر لوں تو پیارے محترم آپ مائک کھول کر ضرور مجھ سے سوال کی وضاحت لے لینا، ٹھیک ہے؟ ہاں، لیکن سوال کی آڑ میں گستاخی نہیں کرنی. میں تو نہیں گستاخی کر رہا. ایسے نہیں ہونا. مجھے ماڈریٹر بنا دیں آپ، میرے آپ پیارے بھائی ہیں، مجھے ماڈریٹر. ہاں جی بہت شکریہ. بات یہ ہے ضیاء رسول صاحب کہ جو آپ نے پیمانہ بتایا ہے، آپ نے کہا ہے کہ مدعی نبوت کو کذاب، دجال کہنے والا وہ آپ کے نزدیک معتبر ہے. تو یہودی، عیسائی اور ہندو تو تمام انبیاء کو، تمام مدعیان نبوت کو کذاب، دجال، لعین، ملعون مانتے ہیں. مسلمان بھی ہر اس بندے کو کذاب، دجال، لعین، ملعون، لعنتی، کافر، زندیق مانتے ہیں. ہم بھی مانتے ہیں. خدا نے الہام کیا ہے مجھ پر کہ تو محمد ہے. یار دیکھیں سوال مکمل ہونے دیں. آپ نے ایک پیمانہ بنایا ہے کہ مدعیان نبوت کو، صلی اللہ علیہ وسلم پر نازل ہونے والی آیت جو خود پہ فٹ کر کے کہے میں محمد ہوں، مسلمان بھی اس کو کذاب، دجال، لعنتی مانتے ہیں. ہاں تو سوال کرو نا. جو سوال ہے، سوال کی آڑ میں یہ بکواس کرنی ہے تو سیدھے بتا دو میں نے بکواس کرنی ہے. تمہارا یہ حال ہے کہ تم وہ علمی یتیم ہو، سوال بھی نہیں کر سکتے. بند کرو، کوئی نہ بولے. سوال کرنے دی پھر بیگ میں تیرے چھوڑے کے میں لاندہ. چلو میں سوال ہی کر رہا ہوں. دیکھیں سوال ہی نہیں ہوتا بیچارے کو. یار سوال ہی کرنے لگا ہوں، سوال ہی کرنے لگا. سوال کدھا ہونا ہے؟ ضیاء رسول صاحب آپ نے ایک پیمانہ بنایا ہے. صاحب میں مائک بند کر دیتا ہوں. یہ دیکھیں بار بار ہندوؤں عیسائیوں کا نام لے کے یہ گستاخی کر رہا ہے. نہیں کوئی گستاخی آپ نے کی ہے. کیا یہ سوال ہو رہا ہے کہ ہندو اور دوسرے سکھ اور عیسائی جو ہیں وہ انبیاء کے بارے میں کیا کہتے ہیں؟ یہ سوال ہے. دیکھیں آپ نے ایک پیمانہ بنایا. جو بندہ بھی اپنے آپ کو محمد رسول اللہ کہتا ہے وہ اس کے بارے میں خاموش ہو جانا، خاموش ہوں، اس کی بات ہی نہیں ہو رہی. دیکھیں ضیاء رسول صاحب سب نے سنا ہے کہ آپ نے ایک پیمانہ بنایا ہے، ایک آپ نے بات کی ہے. سوال یہ آپ سے کیا گیا تھا کہ آپ کے نزدیک امام احمد رضا خان بریلوی صاحب معتبر ہیں، شیعہ معتبر ہیں، دیوبندی معتبر ہیں، اہل حدیث معتبر ہیں. آپ نے بہت سے فرقوں کا نام لیا، مسالک کا نام لیا، لوگوں کا نام لیا، اور آپ نے ایک پیمانہ بنایا کہ جو بھی مدعی نبوت کو لعین، کذاب، دجال مانے گا وہ آپ کے نزدیک معتبر ہے. یہ آپ کا جواب تھا. تو اب سوال آپ نے جو ایک پیمانہ بنایا ہے اس میں یہ ہے کہ کچھ لوگ تو ایک مدعیان نبوت کو یا ایک دائی کو کذاب، دجال مانتے ہیں، تو کچھ ایسے لوگ بھی ہیں جو سب کو کذاب، دجال مانتے ہیں. اول سے لے کر آخر تک وہ کہتے ہیں جتنے بھی دنیا میں آئے وہ سب کذاب، دجال، لعین، ملعون تھے، نعوذ باللہ. ان کی یہ زبان ہے. جی طاہر صاحب، اور یہ اللہ تعالیٰ نے قرآن پاک میں ہمیں بتایا. سن رہے ہیں اب؟ چپ کر یار یہ حقیقت ہے. چپ کر نہیں، یہ اللہ تعالیٰ نے چپ کر نہیں. کچھ لوگ تو ایسے بھی ہیں، کچھ لوگ تو ایسے بھی ہیں جو ہندوستان میں 200 سال پہلے دعویٰ کرنے والوں کو دجال، کذاب
फिर मेरे सवाल में बोल रहा है भाई आपने ऑनलाइन पैमाना मानते बनाया, हैं। फिर वही ऐसे दुनिया में अरबों लोग मौजूद हैं जो दौड़न 150-200 साल पहले हिंदुस्तान में दावा करने वालों को भी कोई मसला नहीं है ना, कज़ाब- यही तो हम पैमाना बना रहे हैं। आपने पैमाना बनाया, वो एक को मानते हैं ना, बहुत से अरबों लोग माइक क्यों हैं, बंद कर दिया उन्होंने? करोड़ों लोग हैं जी, करोड़ों लोग हैं जो एक को क्या मानते हैं, कज़ाब दजाल। ठीक हो गया, एक को वो कज़ाब दजाल मानते हैं आपके मुताबिक। दुनिया में बहुत से लोग हैं जो लाखों को कज़ाब दजाल मानते हैं, लाखों को, दुनिया में जितने आए उन सब को वो कज़ाब दजाल मानते हैं। तो आपके दुनिया में नजदीक अरबों बहुत लोग ज्यादा ऐसे अफजल- हैं जो जो यार सवाल 150 नहीं साल करने पहले दे। आने वाले मुद्दई को लाखों लान सवाल नहीं करने दे रहे। 2 मिनट किया जो 150 साल देखें, सवाल नहीं करने माइक दे क्यों रहा बंद कर दियो भाई, सवाल तो करने दो ना। म्यूट करो इनू और अब्बा जी दा माइक क्यों बंद कर दियो? ऐसो आप अब्बा जी हम हैं आपके, इंसानों वाली जुबान इस्तेमाल करें। बंद अगर करो। आपकी वालदा माइक की क्यों- मंजी चौक में थी तो आप ना हमारे नाम ये पे- माइक सारी बंद जिंदगी क्यों कर रहे हो समय ना? पे माइक आके इसलिए बंद कर रहे हैं कि आप हमें सवाल नहीं करने अब दे रहे। यही काम करना चाहिए तो दस दो ਜਿਹੜੀ सवाल जगह तो करने दो 11 ना। साल का तार ਉਹਦੇ साहब ਵਿੱਚ माइक बंद करना काम सारे करना चाहिए तो दस दो। सारे म्यूट करो, सारे म्यूट करो, सारे म्यूट करो। सारे में तार साहब ये माइक बंद कर, ओके ओके, नहीं यार, डॉक्टर डेविड से भी म्यूट करो, इरफान तो भी म्यूट करें एक मिनट। जो एक ये मिनट। करना चाहते हैं ना फिर वही करा लो। डॉक्टर डेविड नहीं देखें। नहीं, आराम ਨਾਲ ਗੁਫ਼ਤਗੂ ਕਰੋ ਯਾਰ, ਉਹ ਚ ਕੋਈ हाँ। ਬਦਮਜ਼ਗੀ ਨਹੀਂ ਹੋਣੀ ਚਾਹੀਦੀ। हाँ। ਇੱਕ ਜਿਹੜਾ ਆਪਣਾ ਜੇ ਤੇਰੇ ਪਿਓ ਯਾਰ ਬੈਠੇ ਨੇ, ਉਹ ਗਜਨੀ, ਕੋਈ ਨਹੀਂ ਉਹ ਕਰ ਗਜਨੀ ਸਕਦਾ। ਚੁੱਪ ਕਰ ਸਕਦਾ ਯਾਰ 2 ਮਿੰਟ। ਕਰਕੇ ਤੇ ਹਾਂ ਤੈਨੂੰ ਲਾ ਸਮਝ ਦੇਾਂਗੇ ਅਸੀਂ। ਗਜਨੀ ਚੁੱਪ ਕਰ ਯਾਰ 2 ਮਿੰਟ, ਕੋਈ ਨਹੀਂ। हाँ तो कर ला पूछ लो तार साहब को, डॉक्टर छाड़ दो डेविड खुला म्यूट कर, म्यूट कर एक मिनट। कोई ऐसी बदमਜ਼ਗੀ ना क्रिएट करो, सारे बंदे ਵਿੱਚ ਨਾ ਬੋਲੀ ਜਾਓ। ਇੱਕ ਇੱਕ ਜਦੋਂ ਤੂੰ ਕਿਹਾ ਨਾ, ਤੂੰ ਪੂਰਾ ਤਫਸੀਲ ਦੇ ਨਾਲ ਜਵਾਬ ਦਿੱਤਾ। ਕੱਲ ਉਹਨੇ ਮਾਈਕ ਨਹੀਂ ਪਟਿਆ। ਹੁਣ ਅਗਰ ਕਾਲੋਂ ਗੁਸਤਾਖੀ ਕਰ ਰਿਹਾ ਤਾਂ ਉਹਨੂੰ ਰਿਕਾਰਡ ਕਰ ਤੇ ਔਰ ਉਹਦਾ ਜਵਾਬ ਬਾਅਦ ਚ ਦੇ ਕੇ ਤੂੰ ਗਲਤ ਕਹਿ ਰਿਹਾ। फिर से गल सवाल ही पैदा नहीं होता। सवाल करेगा तो सुनागा, गुस्ताखी करेगा मैं बिल्कुल नहीं सुननी। सवाल ही पैदा नहीं होता। मैं तेरे मिनट दी बकवास नहीं सुनागा जे गुस्ताखी करेगा। सवाल करना वे तो करे, जे बकवास करेगा बिल्कुल नहीं मैं सुननी। म्यूट करो राणा सवाल साहब, ही ਤੁਸੀਂ पैदा नहीं ਕਿਉਂ होता। ਬੋਲਣ ਡਏ ਹੋ ਯਾਰ? देखो ज़िया फिर रसूल बाद च ना साहब, मैनू कहना भी मैं ज़िया रसूल ने ज्यादती की है तो इनकी तो मैं पहले रोक रहा। रुकें, आपने जो हाँ। बात की है, देखें आपने जो मियार बनाया है मेरे ताहर साहब मोहतरम, एक मिनट रोको, माइक बंद कर एक मिनट। ताहर साहब मैं ਤੁਹਾਨੂੰ ਪਹਿਲੇ ਐਲਾਨ ਕਰਕੇ ਦੱਸ ਰਿਹਾ, ਜੇ ਬੰਦਾ ਬਦਤਮੀਜ਼ੀ ਗੁਸਤਾਖੀ ਕਰੇਗਾ ਨਾ, मैं माफी कोई नहीं देनी। फिर ना कहना मेरी बरात से आके तो ज्यादती की। जी अब मुझे सवाल कर लेने दें। सबसे पहली बात सुनने वालों के लिए, प्रोवाइड हो रही है जेड़ा तू भाई पिछो ਕਿਸੇ ਨੇ ਕੋਈ ਪਿੱਛੋਂ ਮੈਨੂੰ ਰੱਸੇ ਪਾ ਖਿੱਚਣ ਡਿਆ ਨੇ ਵੀ ਆ ਜਾ ਬਹੁਤ ਭੈੜਾ ਫਸਿਆ ਤੇ ਕੋਈ ਨਹੀਂ ਬਚਣਾ। ਬੰਦਾ ਬੈਠਾ ਸੁਣਨ ਠੀਕ ਹੈ, ਮੈਨੂੰ ਐਂਬੂਲੈਂਸ ਤੇ ਐਂਬੂਲੈਂਸ ਚੜੀਆਂ ਨੇ, ਮੈਂ ਸ਼ਿਕੰਜੇ 'ਚ ਫਸਿਆ, ਮੇਰੇ ਕੋ ਗੱਲ ਨਹੀਂ ਹੋ ਰਹੀ, ਮੈਂ ਦੱਸਣਾ ਮੈਨੂੰ ਜੋ ਮਰਜ਼ੀ ਕਹਿ, गजनी म्यूट कर। ਜੋ ਮਰਜ਼ੀ ਕੋ ਮੈਨੂੰ ਯਾ ਰਸੂਲ ਤੂੰ ਦੌੜਨ ਡਿਆ, ਇੰਨੇ ਬੰਦੇ ਉੱਤੇ ਬੈਠੇ, ਕੋਈ ਝੂਠ ਬੋਲਣ ਦੇ ਸਾਰੇ ਨੂੰ ਵੀ ਠੰਡ ਨਹੀਂ ਹੈ। ਥੱਲੇ ਮੈਂ ਲਿਖਾ ਇੱਕ ਜੀ ਕਿਹੜੀ ਗੁਸਤਾਖੀ ਕੀਤੀ ਹੈ। ਜੇ ਗੁਸਤਾਖੀ ਕੋਈ ਕਰੇਗਾ ਗੁਸਤਾਖੀ ਤੇ ਨਹੀਂ मैं माफी नहीं देंगा बस। ठीक है, सवाल अगर करना मैं तू ना दे, तू सवाल तो खामोश सुन तो ले। हो ना, ठीक हो गया, करो सवाल। सवाल सुन ले। सबसे पहली बात ये है कोई कि म्यूट हम ना खोले मेरा किसी- दोस्त, कोई मेरा भरा म्यूट ना खोले। ओके, सबसे पहली बात ये है कि तमाम अल्लाह के सच्चे अंबिया हज़रत मोहम्मद मुस्तफ़ा सल्लल्लाहु अलैहि वसल्लम से लेकर मोहम्मद मुस्तफ़ा सल्लल्लाहु अलैहि वसल्लम तक जितने भी अल्लाह ताला के सच्चे अंबिया दुनिया में आए, जितने भी अल्लाह ताला के बरगज़ीदों ने आकर दुनिया की रहनुमाई के लिए कुर्बानियाँ की, अल्लाह ताला का पैगाम दुनिया तक पहुँचाया, मेरी हर एक के लिए जान कुर्बान। मैं किसी का गुस्ताख हो ही नहीं सकता, मैं सोच भी नहीं सकता। मेरा ईमान, मेरा दीन इस चीज़ की इजाज़त ही नहीं देता कि जिसको मैं अपना पेशवा, अपना सब कुछ मानता हूँ, मैं उसकी गुस्ताखी भी करूँ। तो ये इल्ज़ाम न लगाएं। आपने एक असूल बनाया है मोहतरम, आपने कहा कि आपके नज़दीक मोतबर वो है जो दावा नबूवत करने वाले को कज़्ज़ाब, दज्जाल, लईन, मलून माने। आपने ये एक पैमाना हमारे सामने वज़ा किया। आपने कहा कि वो आपके नज़दीक मोतबर है, वो आपके नज़दीक अफजल है। तो जो एक को कज़्ज़ाब, दज्जाल, लईन कहेगा वो आपके नज़दीक अफजल है, तो जो 1,24,000 को कज़्ज़ाब, दज्जाल, लईन, मलून मानता है, नाउज़ बिल्लाह, वो कितना अफजल होगा आपके नज़दीक? सवाल हो गया जी पूरा जी। तो जो भी दुनिया में माइक बंद कर, माइक बंद कर, माइक बंद कर, माइक बंद कर, माइक बंद कर। सवाल हो गया पूरा, माइक बंद कर, कज़्ज़ाब, माइक बंद कर, सवाल पूरा हो गया, माइक बंद कर। नाउज़ बिल्लाह मानते हैं,
और गालियां देते चेक हैं कर रहे हो ना, वो मैं ज्यादा और तारू अफजल दिना वा हैं थक्की या जो एक जो को भी वो मुसलमा ज्यादा कजाब अफजल है? से ले थक्की लो ना, माइक ना बंद करो हुन। नहीं, मुसलमा सवाल ये है कि कजाब से वो लेके अफजल हैं, मिर्जा गुलाम वो कादियानी मरदूद लैन फिर गालियां दे रहे हो, ये अब गालियां देना शुरू हो गया हुन ना। अब सुन ना, गालियां हुन अब सुन, सवाल बर्दाश्त नहीं, कर। अब ये ताहिर भाई तू गालियां हैं, अब अंबिया गालियां कराम हैं तो अब सवाल नहीं ना रहा, अब तो गालियां हैं, जवाब हुन नहीं है, अब अंबिया गालियां हैं। कराम दा नाम लेके बकवास की मैंने तो किसी का नाम नहीं लिया, मिर्जे ये गुलाम पैमाना कादियानी से आपने लेके बनाया है, ये पैमाना आपने बनाया है। से अब अपने मिर्जे पैमाने पर कादियानी खड़े हो, तक जो इन जो आपने पैमाना बनाया है उस पर खड़े हो। अब पैमाने से क्यों हट रहे हैं? माइक क्यों बंद कर रहे हैं? फिर आपने पैमाने पैमाना तो मैं खड़ोता बनाया हूं, और अब आप माइक क्यों गालियां दे बंद कर रहे रहे हैं हैं ना? और सवाल भी माइक ना पूरा बंद नहीं कर, होने अपना दे माइक रहे, बंद कर, सवाल भी पूरा नहीं होने दे रहे, सवाल भी पूरा नहीं होने दे अपना रहे। सवाल आप ही क्या मेरा पूरा हो मैंने गया? तो नहीं कहा पूरा हो गया है, आप तो कितना दरमियान लंबा में सवाल माइक है? खोल कर बोलने लग गए हैं, मैंने तो नहीं कहा। तो ये था आपका पैमाना। अब दुनिया में ऐसे लोग भी हैं जो कि तमाम अंबिया को, तमाम मुद्दाईन नबूवत को नाउज़ुबिल्लाह कज़्ज़ाब, दज्जाल, मलाऊन मिर्जा मानते। कादियानी फिर वही कज़्ज़ाब, अब ये दज्जाल, हमारी लईन, मान हरामी, अब मिर्जा दल्ला, बगैरत, चूड़ा, हरामजादा, अब कुत्ता, बगैरत, अपनी खोता। खंजीरियत पे आ गए। मिर्जा अहमद रजा बरेलवी कुत्ती मां का बच्चा सी ना, ਉਹਨੇ ਜਿਹਨੂੰ ਤੂੰ ਪੈਦਾ ਕੀਤਾ ਕਿਸੇ ਖੋਤੀ ਮਾਂ ਦੇ ਬੱਚਿਆ, ਚੁੱਪ ਕਰਕੇ ਬੈਠ, ਮੈਂ ਤੈਨੂੰ ਉੱਥੇ ਮਾਰਨਾ ਜਿੱਥੋਂ ਨਿਕਲਿਆ। ਅਹਮਦ ਰਜ਼ਾ ਬਰੇਲਵੀ ਇੱਕ ਕੁੱਤੀ ਤੇ ਗਸ਼ਤੀ ਮਾਂ ਦਾ ਬੱਚਾ। ਹੁਣ ਜਵਾਬ ਦੇ ਮੇਰੇ ਸਾਲਿਆ, ਉਹ ਅਮਰ ਨਜ਼ੀਰ ਖੰਜੀਰ ਨੂੰ ਇੱਥੇ ਲੈ ਕੇ ਆ, ਉਹ ਕਿਸੇ ਨਸਲ ਦੇ ਮੈਨੂੰ ਗੱਲ ਕਰ। ਓਏ ਅਹਮਦ ਰਜ਼ਾ ਕੁੱਤੀ ਨੇ ਬੋਲਿਆ ਤੂੰ ਤੇ ਗੱਲ ਕਰ, ਤੇਰੀ ਐਸੀ ਦੀ ਤੈਸੀ, ਤੂੰ ਸਾਡੇ ਨਾਲ ਗੱਲਾਂ ਕਰਿਓ। हरामी, दज्जाल, कज़ाब, ला अब आप ਹੁਣ ਕਿਉਂ ਲਾਇਆ मैं बता अब आपकी बात हो गई है। अब आप जो है ना जवाब दे नहीं सकते ना, आप कज़ाब दज्जाल कह तो सकते हैं, आप अपने पैमाने पर खड़े नहीं हो सकते। तो ये बस दिखाना था लोगों को कि देख लें, ये वो लोग हैं जो वो कह रहे थे पहले पैमाना बनाया इन्होंने, खुद पैमाना बनाया कि नाउज़ बिल्लाह इनके नज़दीक वो सबसे मोतबर है जो एक मुद्दई नबूवत को कज़ाब दज्जाल कहेगा, वो इनके नज़दीक सबसे मोतबर है। वो अगर शिया कहे, वो वहाबी कहे, वो देवबंदी कहे, वो बरेलवी कहे, तो इनके नज़दीक वो सबसे मोतबर है, वो इनके नज़दीक सबसे मोतबर है। चौक के बिठा जरा उत्ते कालो। जी अस्सलाम वालेकुम, रहने दें अभी उसको रहने दें। करना चाहता हूँ जी कालो साहब, बात ये है, मैं सिर्फ 1 मिनट लेना चाहूंगा। जी जी, बात ये है, ये बदबख्त लोग जो हैं, ये दरअसल हजरत मिर्जा गुलाम अहमद कादियानी अलैहिस्सलाम की शातमियत नहीं करते, ये दरअसल कुरान करीम की शातमियत करते हैं कि अल्लाह ताला ने जो कुरान करीम में नबूवत की सदाकत का मेयार अल्लाह ताला ने मुकर्रर किया है, उस मेयार पर हमला करके कज़्ज़ाब का ये बकवास करते हैं। इनको इतनी शर्म और हया नहीं है। हजरत मिर्जा गुलाम अहमद कादियानी अलैहिस्सलाम ने जो सदाकत का मेयार कुरान करीम से हमें बताया है, वो ये है जो जिस पर हज़रत सल्लल्लाहु अलैहि वसल्लम पूरे उतरते हैं और 1,24,000 अंबिया कराम जो हैं वो उस मेयार नबूवत की सदाकत के लिहाज से उस पर पूरा उतरते हैं। तो ये बदबख्त वो हैं जो अभी इमरान काहलों साहब बयान फरमा रहे थे कि इनका एतराज़ हजरत मिर्जा गुलाम अहमद कादियानी अलैहिस्सलाम पर हरगिज नहीं है। ये वो बदबख्त लोग हैं, ये वो बदबख्त मलऊन टोला है जो उस मेयार पर शातमियत करता है जो अल्लाह ताला ने कुरान करीम में बयान फरमाता है। इनको शर्म करनी चाहिए। ये